ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। 9:14 ਹੋਏ ਨੇ। 24 ਜੂਨ ਦਾ ਦਿਨ ਹੈ। ਵਰਾ 2021 ਦਾ ਵੀਰਵਾਰ ਹੈ। 10 ਹਾੜ ਨਾਨਕ ਸੰਮਤ 553 ਨਿੱਘਾ ਹਾਰਦਿਕ ਚੱਲਾਂਗੇ ਪੰਜਾਬ। ਗੱਲਬਾਤ ਕਰਾਂਗੇ ਨਵਕਰਨ ਸਿੰਘ ਪੱਤੀ ਨਾਲ ਦੇਸ਼ ਪੰਜਾਬ ਦੇ ਝਰੋਖੇ 'ਚੋਂ। ਉਸ ਤੋਂ ਬਾਅਦ ਅੱਜ ਵੀਰਵਾਰ ਦਾ ਦਿਨ ਕੈਨੇਡਾ ਦੇ ਮੂਲ ਵਾਸੀਆਂ ਦੀ ਅਗਲੀ ਸੈਗਮੈਂਟ। ਇਸ ਸੈਗਮੈਂਟ ਦੇ ਵਿੱਚ ਅੱਜ ਕੋਈ ਜਾਣਕਾਰੀ ਦੇਣ ਦੇ ਨਾਲ ਨਾਲ ਕੋਸ਼ਿਸ਼ ਕਰਾਂਗੇ ਜੂਡੀ ਵਿਲਸਨ ਰੇਵੋਲ ਦੇ ਪਿਤਾ ਜੀ ਚੀਫ ਵਿਲ ਵਿਲਸਨ ਦੇ ਨਾਲ ਗੱਲਬਾਤ ਕਰਨ ਦੀ। ਚੀਫ ਵਿਲਸਨ ਭਾਈਚਾਰੇ ਦੇ ਵਿੱਚ ਮੂਲ ਵਾਸੀਆਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਅਤੇ ਪੜ੍ਹਾਈ ਉਹਨਾਂ ਨੇ ਕੀਤੀ। ਵਿਕਟੋਰੀਆ ਦੇ ਵਿੱਚ ਪੜ੍ਹੇ, ਯੂਨੀਵਰਸਿਟੀ ਵਿਕਟੋਰੀਆ 'ਚ BA ਕਰਕੇ ਫਿਰ ਲਾਅ ਕੀਤਾ UBC ਦੇ ਵਿੱਚੋਂ। ਵਿਲ ਵਿਲਸਨ ਬਹੁਤ ਵੋਕਲ ਨੇ। ਮੇਰੇ ਕਹਿਣ ਦਾ ਮਤਲਬ ਇਹਦੇ ਵਿੱਚ ਇਹ ਹੈ ਕਿ ਭਾਈਚਾਰੇ ਦੇ ਵਿੱਚੋਂ ਜਦ ਘੱਟ ਪੜ੍ਹਦੇ ਆ ਲੋਕ, ਘੱਟ ਵੋਕਲ ਨੇ, ਭਾਈਚਾਰਾ ਰੁਲ ਜਾਂਦਾ। 5-7 ਬੰਦਿਆਂ ਦੇ ਕਰਨ ਦਾ ਕੁਛ ਨਹੀਂ। ਜਿਹੜੇ ਚੀਫ ਨੇ ਸਾਰੇ ਕੈਨੇਡਾ ਦੇ ਵਿੱਚ 15-20 ਹੋਣਗੇ। ਫਿਰ ਇਹਨਾਂ ਦੀ ਅਸੈਂਬਲੀ ਆਫ ਚੀਫ ਦਾ ਜਿਹੜਾ ਗਾਹਾਂ ਹੈੱਡ ਹੈ ਉਹ ਰਾਜਨੀਤਿਕ ਅਖਾੜਿਆਂ ਦੇ ਵਿੱਚ, ਆਟਵਾ ਦੇ ਵਿੱਚ, ਵਿਕਟੋਰੀਆ ਦੇ ਵਿੱਚ ਇਹ ਲੋਕ ਫਿਰ ਵਿਚਰਦੇ ਨੇ। ਪਰ ਫਿਰ ਵੀ ਸਾਰਾ ਕੁਝ ਦੇਸ਼ ਦਾ ਹੁੰਦਾ ਸੁੰਦਾ ਰੁਲ ਰਹੇ ਨੇ। ਕਿਤੇ 215 ਪਿੰਜਰ ਮਿਲ ਰਹੇ ਨੇ। ਸੈਸਕਾਟੂਨ 'ਚ 700 ਅਨਮਾਰਕਡ ਜਿਹੜੀਆਂ ਅੱਜ ਖਬਰਾਂ ਲੱਭ ਗਈਆਂ, ਇਹ ਹਲੇ ਹੋਰ ਲੱਭਣਗੀਆਂ। ਤੁਸੀਂ ਦੇਖਿਓ ਇੱਕ ਨਵਾਂ ਸ਼ੁਰੂ ਹੋਇਆ ਇੱਕ ਵਿਸ਼ਾ, ਪਰ ਫਿਰ ਇਸ ਨੂੰ ਰੀਕਨਸੀਲੀਏਸ਼ਨ, ਟਰੁੱਥ ਅਤੇ ਕਮਿਸ਼ਨਾਂ ਦੇ ਵਿੱਚ ਰੋਲ ਦੇਣਗੇ। ਜਦ ਕਮਿਸ਼ਨ ਬਣ ਗਿਆ ਤਾਂ ਗੱਲ ਘੱਟੇ ਪੈ ਗਈ। 604-204-0600 ਔਨ ਏਅਰ ਨੰਬਰ ਹੈ। 6042040600। ਕੱਲ੍ਹ ਏਅਰ ਇੰਡੀਆ ਦੀ ਬੰਬਿੰਗ ਦੇ ਸੰਬੰਧ ਦੇ ਵਿੱਚ ਕੱਲ੍ਹ ਦਾ ਸ਼ੋਅ ਤੁਸੀਂ ਬੜਾ ਪਸੰਦ ਕੀਤਾ। ਮਨੁੱਖੀ ਹੱਕਾਂ ਦੇ ਵਕੀਲ ਸਰ ਸਰਬਜੀਤ ਸਿੰਘ ਵੇਰਕਾ ਨੇ ਜਿਹੜੀ ਨਵੀਂ ਜਾਣਕਾਰੀ ਦਿੱਤੀ ਆ ਕਿਤਾਬ ਦੀ ਸ਼ਕਲ ਦੇ ਵਿੱਚ, ਉਹ ਛੇਤੀ ਲੋਕਾਂ ਦੇ ਸਨਮੁਖ ਹੋਏਗੀ। ਬੜੇ ਅਲੱਗ ਕਿਸਮ ਦੇ ਇੰਕਸ਼ਾਫ ਉਹਦੇ ਵਿੱਚ ਹੋਏ ਹੋਣਗੇ। ਅਲੱਗ-ਅਲੱਗ ਕਿਤਾਬਾਂ ਲਿਖੀਆਂ ਜਿਹੜੀਆਂ ਸਲੀਮ ਜ਼ੀਵੇ ਨੇ ਲਿਖੀ, ਅਤੇ ਉਸ ਤੋਂ ਬਾਅਦ ਕਿੰਬੋਲਨ ਨੇ ਲਿਖੀ, ਅਤੇ ਜ਼ੁਹੇਰ ਕਸ਼ਮੀਰੀ ਨੇ ਲਿਖੀ। ਸਾਰਿਆਂ ਦੇ ਅਲੱਗ-ਅਲੱਗ ਪ੍ਰਪੇਖ ਨੇ, ਪਰ ਜਿਹੜੀ ਜਸਟਿਸ ਬੈਂਸ ਦੀ ਟੀਮ ਨੇ ਲਿਖਣੀ ਆ ਉਹ ਬਿਲਕੁਲ ਮੂਲੋਂ ਹੀ ਅਲੱਗ ਹੈ। ਅੜੀਏ ਜੇ ਇਹਨਾਂ ਉੱਡਦੀਆਂ ਮਹਿਕਾਂ ਦੀ ਕੰਨੀ ਫੜ ਲਵਾਂ, ਅੜੀਏ ਜੇ ਵਿਹੜੇ ਬੀਜ ਦਾ ਮੈਂ ਇੱਕ ਬੂਟਾ ਚੰਨ ਦਾ, ਅੜੀਏ ਜੇ ਤਲੀਏ ਤੇਰੀਏ, ਅੜੀਏ ਜੇ ਤਲੀਏ ਤੇਰੀਆਂ ਮਲਦਾ ਰਹਾ ਗੁਲਚੰਦਨੀ, ਅੜੀਏ ਜੇ ਤੇਰੇ ਗੁੱਟ ਤੇ ਬੱਦਲੀ ਦਾ ਟੋਟਾ ਬੰਨਦਾ। ਇਹ ਕੌੜੀਆਂ ਰੁੱਤਾਂ ਨੂੰ ਜੇ ਮਖਿਆਲ ਵਿੱਚ ਮੈਂ ਡੋਬਦਾ, ਜਾਂ ਜੇ ਇਹਨਾਂ ਦੀ ਜੀਭ ਤੇ ਕੋਈ ਪਤਾਸਾ ਧਰਦਿਆਂ, ਅੜੀਏ ਜੇ ਸੁੰਨੇ ਰਸਤਿਆਂ ਨੂੰ ਸਾਖ ਦੇਦਾ ਪੈੜਦਾ, ਅੜੀਏ ਜੇ ਢੱਠੇ ਕੌਲਿਆਂ ਨੂੰ ਦੀਵਿਆਂ ਦਾ ਵਰਦਿਆਂ। ਤੇਰੇ ਸਰੀਲੇ ਬੁੱਤ ਨੂੰ ਫੁੱਲਾਂ ਦੇ ਘਰ ਵਿੱਚ ਖੇਡਦਾ, ਅੜੀਏ ਸਰੈਰੀ ਬੀੜ ਦਾ ਰੁਮਕਾ ਕੋਈ ਸਿਲਵਾ ਦਿਆਂ, ਅੜੀਏ ਤੇਰੀ ਕੁੜਤੀ ਦੀਆਂ ਮੋਹਰਾਂ ਤੋਂ ਲੈ ਕੇ ਆ ਗਿਆ, ਜੇ ਅੱਜ ਤੇਰੇ ਸ਼ੌਕ ਦੀਆਂ ਬੁਲਬੁਲਾਂ ਪਰਚਾ ਦਿਆਂ, ਜੇ ਅੱਜ ਤੇਰੇ ਸ਼ੌਕ ਦੀਆਂ ਬੁਲਬੁਲਾਂ ਪਰਚਾ ਦਿਆਂ। ਬੱਦਲੀ ਦਾ ਟੋਟਾ ਹਰਮਨਜੀਤ ਲਿਖਦਾ ਹੈ। ਸ਼ਾਹ ਨਵਕਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਗਿੱਲ ਸਾਹਿਬ, ਲੋਕਾਂ ਦੇ ਖਿਲਾਰਿਆਂ ਨੇ ਫਿਰ ਫਤਿਹ ਜੰਗ ਸਿੰਘ ਬਾਜਵੇ ਵਾਲਾ ਪੈਂਤੜਾ ਜਿਹੜਾ ਖਰਾਬ ਕਰਤਾ, ਨੌਕਰੀ ਛੱਡਤੀ ਬਾਜਵਾ ਪਰਿਵਾਰ ਨੇ। ਜੀ ਗਿੱਲ ਸਾਹਿਬ, ਇਹ ਲੋਕਾਂ ਦੀ ਜਿੱਤ ਆ। ਹੁਣ ਕਹਿਣ ਨੂੰ ਬਾਜਵਾ ਪਰਿਵਾਰ ਜੋ ਮਰਜ਼ੀ ਕਹੇ, ਲੇਕਿਨ ਹਕੀਕਤ ਇਹ ਹੈ ਕਿ ਉਹਨਾਂ ਨੇ ਪੂਰਾ ਜ਼ੋਰ ਲਾਇਆ। ਕਿੰਨੀਆਂ ਗਿਣਤੀਆਂ ਮਿਣਤੀਆਂ ਕੀਤੀਆਂ ਹੋਣਗੀਆਂ, ਕਿੰਨੀਆਂ ਲੇਲੜੀਆਂ ਕੱਢੀਆਂ ਹੋਣਗੀਆਂ, ਕਿੰਨਿਆਂ ਨੂੰ ਕਿਹਾ ਹੋਊਗਾ, ਪਰ ਉਸ ਤੋਂ ਬਾਅਦ ਪੁਲਿਸ ਇੰਸਪੈਕਟਰ ਉਹਦੇ ਮੁੰਡੇ ਨੂੰ ਲਾਉਣਾ ਗਾ ਜਿਹੜਾ ਉਹਦਾ, ਉਹ ਸਫਲ ਨਹੀਂ ਹੋਇਆ। ਤੇ ਸੋਸ਼ਲ ਮੀਡੀਆ ਦਾ ਇੱਕ ਅਹਿਮ ਰੋਲ ਹੈ, ਲੋਕਾਂ ਦਾ ਵਿਰੋਧ, ਜਿਸ ਕਰਕੇ ਉਹਨੂੰ ਇਹ ਕਹਿਣਾ ਪਿਆ ਵੀ ਅਸੀਂ ਨੌਕਰੀ ਛੱਡ ਰਹੇ ਹਾਂ। ਲੇਕਿਨ ਅਜੇ ਤੱਕ ਤੁਸੀਂ ਇਹ ਦੇਖੋ ਕਿ ਰਾਕੇਸ਼ ਪਾਂਡੇ ਆ ਜਿਹੜਾ ਲੁਧਿਆਣਾ ਤੋਂ MLA, ਜਿਹਦੇ ਮੁੰਡੇ ਨੂੰ ਨਾਇਬ ਤਹਿਸੀਲਦਾਰ ਭਰਤੀ ਕਰਨਾ ਹੈ, ਉਹਨੇ ਨਹੀਂ ਅਜੇ ਤੱਕ ਛੱਡੀ। ਹਾਲਾਂਕਿ ਪੰਜਾਬ ਕਾਂਗਰਸ ਦਾ ਇੰਚਾਰਜ ਕਹਿ ਚੁੱਕਿਆ ਗਾ ਵੀ ਅਸੀਂ ਉਹਦੇ ਨਾਲ ਗੱਲ ਕਰ ਰਹੇ ਹਾਂ, ਔਰ ਸੋਨੀਆ ਗਾਂਧੀ, ਰਾਹੁਲ ਗਾਂਧੀ ਤੱਕ ਮਸਲਾ ਚਲਿਆ ਗਿਆ, ਪਰ ਅਜੇ ਤੱਕ ਉਹਨੇ ਇਹ ਨਹੀਂ ਕਿਹਾ ਵੀ ਅਸੀਂ ਨੌਕਰੀ ਛੱਡ ਰਹੇ ਹਾਂ। ਖੈਰ, ਉਹਨੂੰ ਵੀ ਛੱਡਣੀ ਪਊ। ਪਰ ਅੱਜ ਜਦੋਂ ਛੱਡਣ ਲੱਗਿਆ ਨਾ ਗਿੱਲ ਸਾਹਿਬ, ਫਤਿਹ ਜੰਗ ਬਾਜਵਾ ਕਹਿਣ ਲੱਗਿਆ ਵੀ ਮੇਰੇ ਪੁੱਤਰ ਅਰਜਨ ਬਾਜਵਾ ਨੂੰ ਨਹੀਂ ਨੌਕਰੀ ਚਾਹੀਦੀ, ਤਾਂ ਉਦੋਂ ਪਿਓ ਪੁੱਤ ਦੀ ਹਾਲਤ ਦੇਖਣ ਵਾਲੀ ਸੀ। ਉਹਨੇ ਫਿਰ ਉਦੋਂ 3 ਕਾਂਗਰਸੀ ਆਗੂਆਂ ਦੇ ਨਾਂ ਲਏ, ਵੱਡਿਆਂ ਦੇ, ਕਹਿੰਦਾ ਵੀ ਉਹ ਵੀ ਭਾਈ ਭਤੀਜਾਬਾਦ ਹੈ, ਉਹ ਵੀ ਆਪਦੇ ਮੁੰਡਿਆਂ ਨੂੰ ਦਵਾਈ ਬੈਠਿਆ ਸਾਰਾ ਕੁਛ, ਉਹ ਵੀ ਛੱਡਣ। ਇੱਕ ਤਾਂ ਉਹਨੇ ਲਿਆ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਂ, ਦੂਸਰਾ ਸੁਖ ਸਰਕਾਰੀਆ ਦਾ, ਤੇ ਤੀਜਾ ਤ੍ਰਿਪਤ ਰਜਿੰਦਰ ਬਾਜਵੇ ਦਾ। ਤਿੰਨਾਂ ਦੇ ਨਾਂ ਲਏ।
ਕਿਉਂਕਿ ਤ੍ਰਿਪਤ ਰਜਿੰਦਰ ਬਾਜਵੇ ਦਾ ਮੁੰਡਾ ਗਾ ਜਿਹੜਾ, ਉਹ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦਾ ਚੇਅਰਮੈਨ ਲੱਗਿਆ ਹੋਇਆ ਰਵਿਨੰਦਨ ਬਾਜਵਾ, ਔਰ ਸੁਖ ਸਰਕਾਰੀਆ ਦਾ ਭਤੀਜਾ ਦਿਲਰਾਜ ਸਰਕਾਰੀਆ ਅੰਮ੍ਰਿਤਸਰ ਸਾਹਿਬ ਦੀ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ, ਉਹ ਆਪਦਾ ਭਤੀਜਾ ਲਾਈ ਬੈਠਾ। ਸੁਨੀਲ ਜਾਖੜ ਆਪਦੇ ਭਤੀਜੇ ਅਜੇਵੀਰ ਜਾਖੜ ਨੂੰ ਕਿਸਾਨ ਕਮਿਸ਼ਨ ਦਾ ਚੇਅਰਮੈਨ ਲਾਈ ਬੈਠਾ। ਇਸ ਤੋਂ ਬਿਨਾਂ ਖੇਡ ਮੰਤਰੀ ਆ ਰਾਣਾ ਸੋਢੀ। ਰਾਣਾ ਸੋਢੀ ਬੜਾ ਮਸ਼ਹੂਰ ਹੈ ਫਾਜ਼ਿਲਕਾ ਫਿਰੋਜ਼ਪੁਰ ਇਲਾਕੇ ਦੇ ਵਿੱਚ, ਉਹ ਆਪਦੇ ਮੁੰਡੇ ਹੀਰਾ ਸੋਢੀ ਨੂੰ ਸੂਚਨਾ ਕਮਿਸ਼ਨਰ ਪੰਜਾਬ ਲਾਈ ਬੈਠਾ। ਪੰਜਾਬ ਦਾ ਸਿਹਤ ਮੰਤਰੀ ਬਲਵੀਰ ਸਿੱਧੂ ਗਿੱਲ ਸਾਹਿਬ ਪਿਛਲੇ ਦਿਨਾਂ ਚਰਚਾ ਦਾ ਵਿਸ਼ਾ ਬਣਿਆ। ਇਹਨੇ ਮੇਅਰ ਮੋਹਾਲੀ ਦਾ ਉਹਦਾ ਭਾਈ ਲਾਤਾ ਅਮਰਜੀਤ ਸਿੱਧੂ। ਹੋਰ ਬੜੇ ਨੇ ਮਤਲਬ ਬੜੇ ਵੱਡੇ ਅਹੁਦਿਆਂ ਤੇ ਲਾਈ ਬੈਠੇ ਨੇ ਆਪਦੇ ਭਾਈ ਭਤੀਜੇ। ਔਰ ਹੁਣ ਵੀ ਜਦੋਂ ਗੱਲ ਚੱਲਦੀ ਆ ਤਾਂ ਵਿੱਚੋਂ ਗੱਲ ਨਿਕਲ ਜਾਂਦੀ ਆ। 2 ਨੌਕਰੀਆਂ ਦੀ ਗੱਲ ਚੱਲਦੀ ਹੈ ਜਿਹੜੀ ਪਿਛਲੇ ਸਾਲ ਕੁ ਪਹਿਲਾਂ ਦਿੱਤੀ ਹੈ ਰਵਨੀਤ ਬਿੱਟੂ ਦੇ ਭਾਈ ਨੂੰ ਤੇ ਬੇਅੰਤ ਸਿੰਘ ਦੇ ਪੋਤੇ ਨੂੰ। ਕਰੋੜਾਪਤੀ ਪਰਿਵਾਰ ਹੈ, ਪਤਾ ਨਹੀਂ ਕਿਹੜੀ ਕੁਰਬਾਨੀ ਦੀ ਗੱਲ ਕਰੀ ਜਾਂਦੇ ਨੇ ਇਹ। ਪੰਜਾਬ ਦੇ ਹਜ਼ਾਰਾਂ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਖਪਾਤੇ ਉਹਦੇ ਰਾਜ ਦੇ ਵਿੱਚ, ਤੇ ਉਹਨੂੰ ਚੱਕ ਕੇ DSP ਭਰਤੀ ਕੀਤਾਗਾ। ਤਾਂ ਹੁਣ ਇਹ ਜਿਹੜਾ ਕਾਂਗਰਸ ਦਾ ਅੰਦਰੂਨੀ ਕਲੇਸ਼ ਹੈ, ਅੰਦਰੂਨੀ ਕਲੇਸ਼ ਖੁੱਲ ਕੇ ਸਾਹਮਣੇ ਆ ਰਿਹਾ। ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਹੋ ਰਹੀ ਹੈ, ਕੇਂਦਰ ਤੱਕ ਮਸਲਾ ਗਿਆ ਹੋਇਆ, ਔਰ ਇਹਦੇ ਵਿੱਚੋਂ ਗਿੱਲ ਸਾਹਿਬ ਨਿਕਲਣਾ ਕੁਛ ਨਹੀਂ, ਨਿਕਲਣਾ ਇਹੀ ਹੈਗਾ ਕਿ ਕਾਂਗਰਸ ਦੀ ਇਹ ਅੰਦਰੂਨੀ ਖਾਨਾ ਜੰਗੀ ਹੈ ਜਿਹੜੀ, ਉਹ ਕਿਸੇ ਨਵੀਂ ਪਾਰਟੀ ਨੂੰ ਜਨਮ ਦਿੰਦੀ ਹੈ, ਜਾਂ ਇਹਦੇ ਚੋਂ ਖਿਲਾਰੇ ਪੈ ਕੇ ਕਿਸੇ ਹੋਰ ਪਾਸੇ ਜਾਂਦੇ ਨੇ। ਜਾਂ ਇੱਕ ਗੱਲ ਜਿਹੜੀ ਮਤਲਬ ਬੜੀ ਕਮਾਲ ਦੀ ਕੀਤੀ ਹੈ ਬਾਜਵਾ ਪਰਿਵਾਰ ਨੇ, ਉਹ ਕਹਿੰਦੇ ਉਹ ਬੋਲ ਰਹੇ ਨੇ ਸਾਡੇ ਖਿਲਾਫ, ਉਹ ਚਿੱਕੜ ਸਿੱਟ ਰਹੇ ਨੇ ਜਿਹੜੇ ਹੁਣ ਤੱਕ 4.5 ਸਾਲ ਤੋਂ ਕੈਪਟਨ ਅਮਰਿੰਦਰ ਦੇ ਨਾਲ ਬੈਠ ਕੇ ਮਲਾਈ ਖਾਂਦੇ ਰਹੇ। ਸੋ ਇਹ ਗੱਲ ਵੀ ਉਹਨਾਂ ਦੀ ਕਮਾਲ ਦੀ ਹੈ। ਲੇਕਿਨ ਇੱਥੇ ਸੁਨੀਲ ਜਾਖੜ ਦਾ ਹੀ ਬਿਆਨ ਆ ਗਿਆ। ਉਹ ਕਹਿੰਦਾ ਬਾਜਵਾ ਪਰਿਵਾਰ ਆ ਜਿਹੜਾ ਮਾਫੀ ਮੰਗੇ ਸਭ ਤੋਂ ਨੌਕਰੀ ਮੰਗਣ ਵਾਲੇ ਮਸਲੇ 'ਚ। ਜੀ ਅੱਛਾ, ਜਿਹੜੀ ਆਪਣੀ ਖਿਡਾਰੀ ਨੌਕਰੀਆਂ ਮੰਗਣ ਗਏ ਚੰਡੀਗੜ੍ਹ, ਡਾਂਗ ਫੇਰਤੀ। ਪੈਰਾ ਖਿਡਾਰੀ ਵੀ ਸੀ ਜਿਹੜੇ ਵਿਚਾਰੇ ਡਿਸੇਬਲ ਨੇ, ਪੁਲਿਸ ਨੇ ਡੰਡਾ ਕਿਉਂ ਭਰਾਇਆ? ਜੀ ਗੱਲ ਸਾਹਿਬ ਦੇਖੋ, ਇਹ ਪੁਲਿਸ ਦਾ ਜਿਹੜਾ ਵਤੀਰਾ ਗਾ ਬਹੁਤ ਗਲਤ ਹੈਗਾ। ਪੈਰਾ ਖਿਡਾਰੀ ਜਿਹੜੇ ਡਿਸੇਬਲ ਨੇ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ, ਮਹਾਰਾਜਾ ਰਣਜੀਤ ਸਿੰਘ ਅਵਾਰਡ ਜਿੱਤਿਆ ਹੋਇਆ, ਕਿਸੇ ਨੇ ਅਵਾਰਡ ਨਾਲ ਲਈ ਫਿਰਦੇ ਨੇ, ਮੈਡਲ ਨਾਲ ਲਈ ਫਿਰਦੇ ਨੇ, ਕੋਈ ਗੋਲਡ ਮੈਡਲ ਲਈ ਫਿਰਦਾ, ਕੋਈ ਸਿਲਵਰ ਮੈਡਲ ਲਈ ਫਿਰਦਾ। ਔਰ ਚੰਡੀਗੜ੍ਹ ਦੇ ਵਿੱਚ ਉਹ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦੇ ਉੱਤੇ ਗਏ ਸੀ ਵੀ ਸਾਡੇ ਪੰਜਾਬ ਦਾ ਭਾਈ ਇਹ ਮੁੱਖ ਮੰਤਰੀ ਹੈ, ਅਸੀਂ ਤੁਹਾਨੂੰ ਪੁੱਛਣ ਆਏ ਹਾਂ ਵੀ ਸਾਡੇ ਹਿੱਸੇ ਦੀ ਨੌਕਰੀ ਕਿੱਥੇ ਆ। ਉਹ ਕਹਿੰਦੇ ਸਾਨੂੰ ਖੁਰਾਕ ਚਾਹੀਦੀ ਆ, ਅਸੀਂ ਅਗਲੀਆਂ ਖੇਡਾਂ ਖੇਡ ਸਕੀਏ, ਸਾਨੂੰ ਮਿਹਨਤ ਕਰਨਾ ਚਾਹੀਦਾ, ਸਾਨੂੰ ਨੌਕਰੀਆਂ ਚਾਹੀਦੀਆਂ ਨੇ। ਲੇਕਿਨ ਹਰਿਆਣਾ ਸਰਕਾਰ ਨੌਕਰੀ ਦੇ ਰਹੀ ਹੈ, ਬਾਕੀ ਸੂਬਾ ਸਰਕਾਰਾਂ ਦੇ ਰਹੀਆਂ। 4.5 ਸਾਲ ਤੋਂ ਕਪਤਾਨ ਸਾਹਿਬ ਤੁਸੀਂ ਕਿੱਥੇ ਹੋ? ਨੈਸ਼ਨਲ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਜਦੋਂ ਗਏ ਤਾਂ ਚੰਡੀਗੜ੍ਹ ਪੁਲਿਸ ਨੇ ਗਿੱਲ ਸਾਹਿਬ ਉਹਨਾਂ ਤੇ ਡੰਡਾ ਫੇਰਿਆ, ਕੁੱਟਮਾਰ ਕੀਤੀ, ਅਰੈਸਟ ਕੀਤੇ, ਉਹਨਾਂ ਨੂੰ ਧੂ ਕੇ ਲੈ ਗਏ। ਬਹੁਤ ਖਿੱਚ ਧੂ ਕੀਤੀ ਕੁੜੀਆਂ ਦੇ ਨਾਲ ਵੀ, ਅੰਤਰਰਾਸ਼ਟਰੀ ਪੱਧਰ ਦੀਆਂ ਖਿਡਾਰਨਾਂ ਦੇ ਨਾਲ ਵੀ ਇਹ ਸਾਰਾ ਕੁਝ ਹੋਇਆ। ਪਰ ਉਹਨਾਂ ਦਾ ਦਰਦ ਦੇਖਿਆ ਨਹੀਂ ਸੀ ਜਾ ਰਿਹਾ। ਜੋ ਗੱਲਾਂ ਉਹਨਾਂ ਨੇ ਕਹੀਆਂ ਉੱਥੇ ਕਿ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪੈਰਾ ਖਿਡਾਰੀ ਨੇ, ਜਿਹੜੇ ਕਿਸੇ ਨਾ ਕਿਸੇ ਤਰੀਕੇ ਡਿਸੇਬਲ ਨੇ, ਫਿਰ ਵੀ ਉਹਨਾਂ ਨੇ ਨਿਰਾਸ਼ਤਾ ਨਹੀਂ ਅਪਣਾਈ, ਆਪਣੀ ਜ਼ਿੰਦਗੀ 'ਚ ਘਰੇ ਨਹੀਂ ਬੈਠੇ, ਔਰ ਫਿਰ ਵੀ ਉਹ ਅੱਗੇ ਵਧੇ ਨੇ। ਇੰਨੀਆਂ ਤੰਗੀਆਂ ਤੁਰਸ਼ੀਆਂ, ਇੰਨਾ ਮਤਲਬ ਸਰੀਰਕ ਸਮੱਸਿਆਵਾਂ ਦੇ ਬਾਵਜੂਦ ਉਹਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਾਮ ਨੇ ਖੱਟੇ। ਸਰਕਾਰ ਨੇ ਉਹਨਾਂ ਦਾ ਫਿਰ ਵੀ ਧਿਆਨ ਨਹੀਂ ਦਿੱਤਾ। ਲੇਕਿਨ ਅੱਜ ਕੱਲ੍ਹ ਦਬਾਅ ਬਹੁਤ ਪਿਆ ਹੋਇਆ ਸਰਕਾਰ ਦੇ ਉੱਤੇ। ਕੈਪਟਨ ਅਮਰਿੰਦਰ ਸਿੰਘ ਨੂੰ ਫਿਰ ਵੀਡੀਓ ਕਾਲ ਕਰਕੇ ਮਾਫੀ ਮੰਗਣੀ ਪਈ ਜੀ ਉਹਨਾਂ ਤੋਂ, ਔਰ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਲਈ ਨੌਕਰੀਆਂ ਦਾ ਪ੍ਰਬੰਧ ਕਰਾਂਗੇ। ਸੋ ਆਸ ਕਰਾਂਗੇ ਕਿ ਇਹਨਾਂ ਦੀ ਆਸ ਨੂੰ ਬੂਰ ਪਵੇ। ਨਹੀਂ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ 'ਚ ਗਿੱਲ ਸਾਹਿਬ ਆਪਾਂ ਅੱਗੇ ਵੀ ਜ਼ਿਕਰ ਕੀਤਾ, 98 ਦਿਨ ਹੋ ਗਏ ਮੁੰਡੇ ਨੂੰ ਟਾਵਰ ਦੇ ਉੱਤੇ ਬੈਠੇ ਨੂੰ, ਮਾਨਸਿਕ ਤੌਰ ਦੇ ਉੱਤੇ ਵੀ ਠੀਕ ਨਹੀਂ, ਔਰ ਉਹਦਾ ਚਮੜੀ ਉੱਧੜ ਰਹੀ ਆ। ਹੁਣ ਤਾਂ ਬਹੁਤ ਪ੍ਰੋਬਲਮ ਦੇ ਵਿੱਚ ਆ ਉਹ ਮੁੰਡਾ, ਥੱਲੇ ਉਤਾਰਨਾ ਵੀ ਮੁਸ਼ਕਲ ਹੈ ਜੀ। ਕਮਾਲ ਹੋ ਗਈ। ਸਿਰੜ ਦੇਖ ਲਓ, ਪਰ ਦੇਖ ਨਹੀਂ ਕੋਈ ਰਿਹਾ। ਮੈਂ ਦੁੱਖ ਦੀ ਕਹਾਣੀ ਇਹੀ ਹੈ ਨਵਕਿਰਨ, ਉੱਥੇ ਜਿਹੜਾ ਜਿੱਤਿਆ ਉਹੀ ਸਿਕੰਦਰ ਆ, ਜਿਹੜਾ ਡਿੱਗ ਗਿਆ ਭੱਜਦੇ ਭੱਜਦੇ ਉਹਦੇ ਵੱਲ ਕੋਈ ਨਹੀਂ ਦੇਖਦਾ, ਭੀੜ ਵੀ ਲੰਘ ਜਾਂਦੀ ਹੈ। ਦੁੱਖ ਦੀ ਕਹਾਣੀ ਉਹ ਇਹ ਹੈ। ਅੱਛਾ, ਇਰਾਕ ਦੇ ਵਿੱਚ ਪੰਜਾਬ ਦੀਆਂ ਕੁੜੀਆਂ ਨੇ ਵੀਡੀਓ ਜਿਹੜੀ ਜਾਰੀ ਕੀਤੀ ਆ, ਉਹ 'ਚ ਕੀ ਆ ਜੀ ਇਹ? ਜੀ ਗੱਲ ਸਾਹਿਬ, ਬੜੀ ਮੰਦਭਾਗੀ ਗੱਲ ਹੈਗੀ ਕਿ ਇਰਾਕ ਦੇ ਵਿੱਚੋਂ ਕੁੜੀਆਂ ਨੇ, ਨੌਜਵਾਨ ਕੁੜੀਆਂ ਨੇ ਰੋਜੀ ਰੋਟੀ ਦੇ ਲਈ ਇਰਾਕ ਗਈਆਂ ਸੀਗੀਆਂ। ਏਜੰਟਾਂ ਨੇ ਬੜੇ ਵੱਡੇ ਸੁਪਨੇ ਦਿਖਾਏ ਸੀ ਕਿ ਤੁਹਾਨੂੰ ਉੱਥੇ ਇਸ ਤਰ੍ਹਾਂ ਦੀ ਸਹੂਲਤ ਹੋਊ, ਇਸ ਤਰ੍ਹਾਂ ਦੀ ਸਹੂਲਤ ਹੋਊ। ਕਈ ਏਜੰਟ ਤਾਂ ਗਿੱਲ ਸਾਹਿਬ ਮੈਂ ਖੁਦ ਦੇਖਿਆ, ਕਹਿੰਦੇ ਉਹ ਕਹਿਣਗੇ ਵੀ ਤੁਸੀਂ ਇੱਕ ਵਾਰ ਹੀ ਜਾਣਾ ਜੀ ਇਰਾਕ, ਤਾਂ ਬਸ ਤੁਸੀਂ ਉੱਥੇ ਮਹੀਨਾ 2 ਮਹੀਨੇ ਲਾਉਣੇ ਨੇ, ਅਮਰੀਕਾ ਜਹਾਜ਼ ਤੁਹਾਡਾ ਉੱਥੋਂ ਲੱਗਿਆ ਹੀ ਖੜਾ ਗਾ, ਅਸੀਂ ਤੁਹਾਨੂੰ ਅੱਗੇ ਭੇਜ ਦਿਆਂਗੇ। ਤਾਂ ਉਹ ਕੁੜੀਆਂ ਇਰਾਕ 'ਚ ਫਸ ਗਈਆਂ। ਹੁਣ ਉਹ ਕੁੜੀਆਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਵੀਡੀਓ ਦੇ ਵਿੱਚ ਉਹਨਾਂ ਕੁੜੀਆਂ ਨੇ ਕਿਹਾ ਗਾ ਕਿ ਇਰਬਲ ਸ਼ਹਿਰ ਆ ਇਰਾਕ ਦਾ, ਅਸੀਂ ਇੱਥੇ ਆ ਜੀ, ਸਾਨੂੰ ਖਾਣ ਦੀ ਪ੍ਰੋਬਲਮ ਆ, ਸੌਣ ਦੀ ਪ੍ਰੋਬਲਮ ਆ। ਉਹ ਕਹਿੰਦੀਆਂ ਜਦੋਂ ਅਸੀਂ ਕੰਮ ਕਰਨ ਘਰਾਂ 'ਚ ਜਾਂਦੀਆਂ ਤਾਂ ਉੱਥੇ ਘਰਾਂ ਵਾਲੇ ਸਾਡੇ ਤੇ ਅਤਿਆਚਾਰ ਕਰਦੇ ਆ, ਔਰ ਜਦੋਂ ਅਸੀਂ ਕੰਪਨੀ 'ਚ ਆਉਂਦੀਆਂ ਤਾਂ ਕੰਪਨੀ ਵਾਲੇ ਕਰਦੇ ਆ। ਪਾਸਪੋਰਟ ਸਾਡੇ ਫੜੇ ਹੋਏ ਆ, ਫੋਨ ਸਾਨੂੰ ਦਿੰਦੇ ਨਹੀਂ,
ਬਹੁਤ ਪ੍ਰੋਬਲਮ 'ਚ ਸੀ। ਭਗਵੰਤ ਮਾਨ ਦਾ 2 ਵਾਰ ਵੀਡੀਓ 'ਚ ਨਾਂ ਲੈਂਦੀਆਂ ਨੇ ਉਹ ਕਿ ਭਗਵੰਤ ਮਾਨ ਜੀ ਤੁਸੀਂ ਕੁਛ ਕਰੋ। ਤਾਂ ਇਹ ਵਿਸ਼ੇ ਦੇ ਉੱਤੇ ਹੁਣ ਭਗਵੰਤ ਮਾਨ ਵੀ ਕੱਲ੍ਹ ਨੂੰ ਜਿਹੜਾ ਵਿਦੇਸ਼ ਮੰਤਰਾਲੇ ਨੂੰ ਮਿਲ ਰਿਹਾ ਗਾ, ਉਹਨਾਂ ਦੇ ਪਾਸਪੋਰਟ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਇਹ ਵੀ ਪਤਾ ਲੱਗਿਆ ਗਿੱਲ ਸਾਹਿਬ ਕਿ ਉਹਨਾਂ ਨੂੰ ਹੁਣ ਕੰਪਨੀ ਵਾਲੇ ਹੋਰ ਸ਼ਹਿਰ 'ਚ ਲੈ ਗਏ ਉੱਥੋਂ ਅਣਦੱਸੀ ਥਾਂ ਦੇ ਉੱਤੇ। ਤਾਂ ਬੜੀ ਮੰਦਭਾਗੀ ਗੱਲ ਹੈ ਔਰ ਇਹ ਸਾਡੀਆਂ ਸਰਕਾਰਾਂ ਦੀ ਨਲਾਇਕੀ ਆ, ਸਾਡੀਆਂ ਸਰਕਾਰਾਂ ਦੇ ਕਾਰਜ ਨੇ ਕਿ ਹੁਣ ਤੱਕ ਇਹਨਾਂ ਨੇ ਮਸਲੇ ਹੱਲ ਕਰਨੇ ਸੀ। ਇੱਥੇ ਜੇ ਭਾਰਤ 'ਚ ਰੋਜੀ ਰੋਟੀ ਮਿਲਦੀ ਹੁੰਦੀ ਤਾਂ ਇਸ ਤਰੀਕੇ ਦੇ ਨਾਲ ਅਰਬ ਮੁਲਕਾਂ ਦੇ ਵਿੱਚ ਨੌਜਵਾਨ ਕੁੜੀਆਂ ਨੂੰ ਨਾ ਜਾਣਾ ਪੈਂਦਾ, ਨਾ ਫਸਣਾ ਪੈਂਦਾ। ਜੀ ਬਿਲਕੁਲ ਠੀਕ ਹੈ, ਗਰੀਬੀ ਕਰਕੇ ਜਾਣਾ ਪੈਂਦਾ, ਪਰ ਜਾਣ ਵਾਲੇ ਪੜ੍ਹੇ ਲਿਖੇ ਨੇ ਥੋੜ੍ਹੇ ਬਹੁਤੇ ਦੇਖਣਾ ਚਾਹੀਦਾ ਹੈ ਕਿ ਇਰਾਕ ਦੇ ਵਿੱਚ ਭੰਗ ਪੁੱਜਦੀ ਹੈ, ਉੱਥੇ ਕਿਹੜੇ ਲਈ ਕਿਉਂ ਜਾਂਦੇ ਨੇ। ਪਰ ਇਹ ਆ ਵੀ ਏਜੰਟ ਦਿਖਾ ਦਿੰਦੇ ਆ ਨਾ ਵੀ ਉੱਥੋਂ ਅੱਗੇ ਚਲੇ ਜਾਣਾ, ਤੁਸੀਂ ਆਹ ਚਲੇ ਜਾਣਾ, ਝੂਠ ਬੋਲਦੇ ਆ। ਅੱਛਾ, ਰਾਜਨੀਤੀ ਵਾਲੇ ਪਾਸੇ ਨੂੰ ਆਈਏ। ਖਹਿਰਾ ਦਾ ਜਿਹੜਾ ਮਨੀ ਲਾਂਡਰਿੰਗ ਵਾਲਾ ਚੱਕਰ ਹੈ, ਉਹਦੇ 'ਚ ਅੱਗੇ ਕੀ ਕਰ ਰਹੀ ਹੈ ਸਰਕਾਰ ਹੁਣ? ਜੀ ਗਿੱਲ ਸਾਹਿਬ, ਦੇਖੋ ਜਿਹੜਾ ਮਨੀ ਲਾਂਡਰਿੰਗ ਵਾਲਾ ਕੇਸ ਹੈਗਾ ਉਹਦੇ ਨੂੰ ਸਰਕਾਰ ਇੱਕ ਤਾਂ ਪੁੱਟ ਇਸ ਤਰੀਕੇ ਦੇ ਨਾਲ ਕਰ ਰਹੀ ਹੈ। ਜਿਹੜੀ ਕੇਂਦਰੀ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ ਉਹਨੂੰ ਪੁੱਟ ਐਂ ਕਰਦੀ ਹੈ ਵੀ ਜੀ ਇਹ ਜਾਲੀ ਪਾਸਪੋਰਟ ਦਾ ਮਸਲਾ ਹੈ, ਇਹ ਨਸ਼ਿਆਂ ਦਾ ਮਸਲਾ ਹੈ, ਨਸ਼ਾ ਤਸਕਰਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਦੇ ਰਿਲੇਸ਼ਨਾਂ ਦਾ ਮਸਲਾ ਹੈ ਔਰ ਮਨੀ ਲਾਂਡਰਿੰਗ ਦਾ ਪੈਸਿਆਂ ਦਾ ਮਸਲਾ ਹੈ। ਔਰ ਇਹਦੇ 'ਚ ਹੁਣ ਜਿਹੜੇ ਟੌਪ ਦੇ ਦੇਸ਼ ਦੇ ਡਿਜ਼ਾਈਨਰ ਨੇ 3 ਮਨੀਸ਼ ਮਲਹੋਤਰਾ, ਸਵੈ ਸਾਚੀ, ਰੀਤੂ ਕੁਮਾਰ, ਇਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਿੱਲੀ ਦਫ਼ਤਰ ਬੁਲਾਇਆ ਗਾ, ਪੁੱਛਗਿੱਛ ਕੀਤੀ ਜਾਣੀ ਹੈ, ਸਵਾਲ ਜਵਾਬ ਹੋਣੇ ਨੇ। ਇੱਥੇ ਹੁਣ ਸੁਖਪਾਲ ਖਹਿਰਾ ਦਾ ਜਿਹੜਾ ਸਪਸ਼ਟੀਕਰਨ ਹੈ ਗਿੱਲ ਸਾਹਿਬ, ਉਹਨਾਂ ਨੇ ਸਪਸ਼ਟੀਕਰਨ ਦਿੱਤਾ ਇਹਦੇ ਉੱਤੇ ਕਾਰਡੀਓ ਰਿਲੀਜ਼ ਕਰਕੇ। ਉਹ ਸਪਸ਼ਟੀਕਰਨ ਦੇਖ ਕੇ ਲੱਗਦਾ ਕਿ ਐਡੀ ਗੱਲ ਹੈ ਨਹੀਂ ਜਿੱਡੀ ਬਣਾਈ ਜਾ ਰਹੀ ਆ। ਖਹਿਰੇ ਨੇ ਕਿਹਾ ਕਿ 2016 ਦੇ ਵਿੱਚ ਉਹਦੀ ਕੁੜੀ ਦਾ ਵਿਆਹ ਸੀਗਾ ਔਰ ਕੁੜੀ ਦੇ ਵਿਆਹ ਦੇ ਉੱਤੇ ਉਹ ਕਹਿੰਦਾ ਵੀ ਜਿਵੇਂ ਆਮ ਪਰਿਵਾਰਾਂ ਦਾ ਹੁੰਦਾ ਵੀ ਅੱਡੀਆਂ ਚੱਕ ਕੇ ਆਪਾਂ ਜ਼ੋਰ ਲਾਉਣੇ ਹੈਗੇ, ਪੈਸਾ ਖਰਚ ਕਰਦੇ ਆ ਬੱਚਿਆਂ ਦੇ ਵਿਆਹਾਂ ਦੇ ਉੱਤੇ। ਉਹ ਕਹਿੰਦਾ ਮੈਂ 3 ਸੂਟ, 3 ਜਿਹੜੇ ਦੇਸ਼ ਦੇ ਵੱਡੇ ਡਿਜ਼ਾਈਨਰ ਨੇ 3 ਸੂਟ ਲਏ ਸੀ ਇਹਨਾਂ ਤੋਂ, ਇੱਕ ਸੂਟ, ਔਰ 6-7-8 ਲੱਖ ਇੰਨੇ ਕੁ ਪੈਸੇ ਉਹ ਕਹਿੰਦਾ ਵੀ ਮੈਂ ਇਹਨਾਂ ਨੂੰ ਪੇ ਕੀਤੇ ਸੀ। ਔਰ ਉਹ 6 ਤੋਂ 8 ਲੱਖ ਰੁਪਏ ਨੂੰ ਮਤਲਬ ਐਨਫੋਰਸਮੈਂਟ ਡਾਇਰੈਕਟੋਰੇਟ ਇਸ ਰੂਪ ਦੇ ਵਿੱਚ ਬਣਾ ਲਈਏ ਮਨੀ ਲਾਂਡਰਿੰਗ ਦਾ ਮਸਲਾ ਜੀ, ਪੈਸਿਆਂ ਦੇ ਦੇਣ ਲੈਣ ਦਾ ਮਸਲਾ ਹੈ। ਜੇ ਵਾਕਈ ਗੱਲ ਸਾਹਿਬ ਉਹਨਾਂ ਡੇਟ ਦੇ ਵਿੱਚ ਹੀ ਖਹਿਰਾ ਦੀ ਬੇਟੀ ਦਾ ਵਿਆਹ ਸੀ ਔਰ ਉਸ ਡੇਟਸ ਦੇ ਵਿੱਚ ਹੀ 6 ਤੋਂ 8 ਲੱਖ ਦਾ ਹੀ ਮਸਲਾ ਹੈ ਡਿਜ਼ਾਈਨਰਾਂ ਨੂੰ ਪੈਸੇ ਦੇਣ ਦਾ, ਤਾਂ ਮੈਨੂੰ ਲੱਗਦਾ ਹੈ ਕਿ ਫਿਰ ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਹੈ ਜਿਹੜੀ ਜਾਣ ਬੁੱਝ ਕੇ ਸਾਰਾ ਕੁਝ ਕਰ ਰਹੀ ਆ। ਫਿਰ ਤਾਂ ਜਾਣ ਬੁੱਝ ਕੇ ਸਿਆਸੀ ਵਿਰੋਧੀਆਂ ਦੇ ਲਈ ਕੇਂਦਰ ਸਰਕਾਰ ਆ ਜਿਹੜੀ ਕੇਂਦਰੀ ਏਜੰਸੀਆਂ ਨੂੰ ਵਰਤ ਰਹੀ ਆ। ਜੇ ਮਸਲਾ ਇਸ ਤੋਂ ਵੱਡਾ ਹੈ, ਕੋਈ ਵੱਡੀ ਗੱਲ ਆ, ਤਾਂ ਉਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਗਾ, ਏਜੰਸੀ ਨੂੰ ਵੀ ਸਪਸ਼ਟ ਕਰਨਾ ਚਾਹੀਦਾ, ਕੇਂਦਰ ਸਰਕਾਰ ਨੂੰ ਵੀ ਸਪਸ਼ਟ ਕਰਨਾ ਚਾਹੀਦਾ ਕਿ ਭਾਈ ਆਹ ਮਸਲਾ ਗਾ, ਤੋ ਲੋਕਾਂ ਦੇ ਸਾਹਮਣੇ ਮਸਲਾ ਆਉਣਾ ਚਾਹੀਦਾ। ਪਰ ਹੁਣ ਤੱਕ ਦਾ ਜਿਹੜਾ ਕਿਰਦਾਰ ਰਿਹਾ ਕੇਂਦਰੀ ਏਜੰਸੀਆਂ ਦਾ ਉਹ ਇਹੀ ਰਿਹਾ ਗਾ ਕਿ ਆਪਦੇ ਦੀਆਂ ਕੱਛ 'ਚ, ਵਿਰੋਧੀ ਦੀਆਂ ਸੱਥ 'ਚ ਔਰ ਵਿਰੋਧੀਆਂ ਦੇ ਲਈ ਹੀ ਇਹਨਾਂ ਏਜੰਸੀਆਂ ਨੂੰ ਵਰਤਿਆ ਜਾਂਦਾ ਰਿਹਾ ਗਾ। ਜੀ ਅੱਛਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ਕਸ਼ਮੀਰ ਦੇ ਵਿੱਚ ਸਿਆਸੀ ਆਗੂਆਂ ਨਾਲ ਮੀਟਿੰਗ ਕੀਤੀ, ਕੀ ਕਹਾਣੀ ਹੈ ਇਹ? ਜੀ ਗਿੱਲ ਸਾਹਿਬ, ਇਹ ਬੜੀ ਅਹਿਮ ਗੱਲਬਾਤ ਹੈ। ਇੱਕ ਤਾਂ ਇਹ ਕਿ ਧਾਰਾ 370 ਤੇ 35 ਹਟਾਉਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਜਿਹੜੇ ਵੱਡੇ ਵੱਡੇ ਆਗੂ ਸੀਗੇ, ਜਿਹੜੇ ਉੱਥੋਂ ਦੀਆਂ ਖੇਤਰੀ ਪਾਰਟੀਆਂ ਦੇ ਮੁਖੀ ਸੀ, ਉਹਨਾਂ ਨੂੰ ਚੱਕ ਕੇ ਨਜ਼ਰਬੰਦ ਕਰਤਾ ਸੀਗਾ, ਜੇਲ੍ਹਾਂ 'ਚ ਬੰਦ ਕਰਤਾ ਸੀ, ਸਿਕਿਉਰਿਟੀ ਫੋਰਸਿਸ ਲਾ ਦਿੱਤੀਆਂ ਸੀ ਔਰ ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਖੁੱਲੀ ਜੇਲ੍ਹ 'ਚ ਬੰਦ ਕਰਤਾ ਸੀਗਾ। ਖੁੱਲੀ ਜੇਲ੍ਹ ਦਾ ਮਤਲਬ ਉੱਥੇ ਸਿਕਿਉਰਿਟੀ ਫੋਰਸਿਸ ਲਾ ਦਿੱਤੀਆਂ, ਦੇਸ਼ ਨਾਲ ਲਿੰਕ ਤੋੜਤਾ, ਟੈਲੀਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ, ਸਿਰਫ ਖਾਣ ਪੀਣ ਦੀਆਂ ਚੀਜ਼ਾਂ ਜਾ ਰਹੀਆਂ ਸੀਗੀਆਂ, ਪੂਰੇ ਦੇਸ਼ ਦੁਨੀਆ ਨਾਲ ਉਹਨਾਂ ਦਾ ਲਿੰਕ ਤੋੜ ਦਿੱਤਾ ਗਿਆ। ਤਾਂ ਹੁਣ ਜੰਮੂ ਕਸ਼ਮੀਰ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ ਨੇ ਕੀਤੀ। ਉਸ ਮੀਟਿੰਗ ਤੋਂ ਪਹਿਲਾਂ 3 ਆਗੂਆਂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ, ਅਮਿਤ ਸ਼ਾਹ, ਨਰਿੰਦਰ ਮੋਦੀ ਔਰ ਅਜੀਤ ਡੋਵਾਲ ਜਿਹੜਾ ਇਹਨਾਂ ਦਾ ਕਰਤਾ ਧਰਤਾ ਗਾ, ਇਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ। ਉਸ ਤੋਂ ਬਾਅਦ ਜੰਮੂ ਕਸ਼ਮੀਰ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ। 14 ਮੇਨ ਆਗੂ ਇਹਦੇ ਵਿੱਚ ਹਾਜ਼ਰ ਸੀ ਮੀਟਿੰਗ ਦੇ ਵਿੱਚ, ਜਿਹੜੇ ਟੌਪ ਦੇ ਆਗੂ ਨੇ ਉੱਥੋਂ ਦੇ, ਚਾਹੇ ਉਹ ਫਾਰਕ ਅਬਦੁੱਲਾ ਹੋਣ ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ, ਚਾਹੇ PDP ਦੀ ਆਗੂ ਮਹਿਬੂਬਾ ਮੁਫਤੀ ਹੋਵੇ, ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਮੁਜ਼ੱਫਰ ਬੇਗ ਮੁਫਤੀ, ਇਹ ਸਾਰੇ ਉੱਥੇ ਹਾਜ਼ਰ ਸੀ ਔਰ ਇਹਨਾਂ ਨੇ ਮਤਲਬ ਗੱਲਬਾਤ ਰੱਖੀ। ਲੇਕਿਨ ਧਾਰਾ 370 ਦੇ ਮੁੱਦੇ ਦੇ ਉੱਤੇ, 35 ਦੇ ਮੁੱਦੇ ਦੇ ਉੱਤੇ ਗੱਲਬਾਤ ਨਹੀਂ ਹੋਈ। ਪਰ ਮੈਂ ਗਿੱਲ ਸਾਹਿਬ ਇਹਦੇ ਵਿੱਚੋਂ ਇੱਕ ਗੱਲ ਜਿਹੜੀ ਰੱਖਣੀ ਚਾਹੁੰਦਾ ਕਿ ਬਹੁਤ ਸਾਰੇ ਲੋਕਾਂ ਦੇ, ਬਹੁਤ ਸਾਰੇ ਮੀਡੀਆ ਵਾਲੇ ਗੱਲ ਕਰ ਰਹੇ ਆ ਕਿ ਦੇਖੋ ਜੀ ਪ੍ਰਧਾਨ ਮੰਤਰੀ ਜੀ ਜੰਮੂ ਕਸ਼ਮੀਰ ਦੇ ਵਿੱਚ ਦੁਬਾਰੇ ਅਮਨ ਕਾਨੂੰਨ ਬਹਾਲ ਕਰਨ ਜਾ ਰਹੇ ਆ, ਦੇਖੋ ਜੀ ਪ੍ਰਧਾਨ ਮੰਤਰੀ ਨੇ ਕਿੱਡੀ ਪਹਿਲ ਕਦਮੀ ਕੀਤੀ। ਪਰ ਮੈਂ ਸਾਰਿਆਂ ਦਾ ਧਿਆਨ ਇੱਕ ਗੱਲ ਪਾਸੇ ਲਿਜਾਣਾ ਚਾਹੁੰਦਾ ਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਦਬਾਅ 'ਚ ਸਾਰਾ ਕੁਝ ਹੋਇਆ। ਦਰਅਸਲ ਹੋਇਆ ਗੱਲ ਸਾਹਿਬ ਇਹ
ਕਿ ਕੁਝ ਦਿਨ ਪਹਿਲਾਂ ਅਮਰੀਕਾ ਸਰਕਾਰ ਦੇ ਪ੍ਰਮੁੱਖ ਅਧਿਕਾਰੀ ਡੀਨ ਥਾਪਸਨ ਉਹਨਾਂ ਨੇ ਕਿਹਾ ਸੀ ਕਿ ਭਾਰਤ ਸਰਕਾਰ ਦੀਆਂ ਕੁਝ ਕਾਰਵਾਈਆਂ ਜਮਹੂਰੀ ਕਦਰਾਂ ਕੀਮਤਾਂ ਅਨੁਸਾਰ ਨਹੀਂ ਹੈ। ਔਰ ਇਹ ਜਿਹੜਾ ਬਿਆਨ ਡੀਨ ਥਾਪਸਨ ਹੋਰਾਂ ਨੇ ਦਿੱਤਾ ਸੀ, ਇਹ ਅਮਰੀਕੀ ਸੰਸਦ ਦੀ ਮੀਟਿੰਗ ਦੌਰਾਨ ਦਿੱਤਾ ਗਿਆ ਸੀ, ਜਿਸ 'ਚ ਕੁਝ ਮੈਂਬਰਾਂ ਨੇ ਕਸ਼ਮੀਰ ਦੇ ਹਾਲਾਤ ਬਾਰੇ ਚਿੰਤਾ ਪ੍ਰਗਟਾਈ ਸੀ। ਔਰ ਡੀਨ ਥਾਪਸਨ ਨੇ ਕਿਹਾ ਸੀ ਕਿ ਅਮਰੀਕਾ ਸਰਕਾਰ ਭਾਰਤ ਨੂੰ ਕਸ਼ਮੀਰ ਵਿੱਚ ਚੋਣਾਂ ਦੇ ਸੰਬੰਧ 'ਚ ਕੁਝ ਕਦਮ ਪੁੱਟਣ ਦੇ ਲਈ ਕਹਿ ਰਹੀ ਆ। ਕੁਝ ਹੋਰ ਸਿਆਸੀ ਮਾਹਰਾਂ ਅਨੁਸਾਰ ਜਿਹੜਾ ਭਾਰਤ ਆਪਣੇ ਅੰਦਰੂਨੀ ਮਾਮਲਿਆਂ 'ਚ ਦੇਸ਼ਾਂ ਦਾ ਦਖਲ ਤਾਂ ਪਸੰਦ ਨਹੀਂ ਕਰਦਾ, ਪਰ ਅਮਰੀਕਾ ਨੇ ਇਹਨਾਂ ਨੂੰ ਸਾਫ਼ ਤੇ ਸਪਸ਼ਟ ਕਿਹਾ ਗਾ ਕਿ ਭਾਈ ਤੁਸੀਂ ਜੰਮੂ ਕਸ਼ਮੀਰ 'ਚ ਚੋਣਾਂ ਕਰਾਓ, ਤੁਸੀਂ ਚੋਣਾਂ ਕਿਉਂ ਨਹੀਂ ਕਰਵਾ ਰਹੇ ਉੱਥੇ। ਜਿਸ ਤੋਂ ਬਾਅਦ ਜਦੋਂ ਉਹਨਾਂ ਨੇ ਬਾਂਹ ਮਰੋੜੀ, ਫਿਰ ਇਹ ਸਾਰਾ ਅਮਲ ਸ਼ੁਰੂ ਹੋਇਆ। ਹੁਣ ਇਹ ਸਥਿਤੀ ਇਸ ਪਾਸੇ ਨੂੰ ਜਾ ਰਹੀ ਹੈ। ਖੈਰ ਫਿਰ ਵੀ ਦੇਰ ਆਏ ਦਰੁਸਤ ਆਏ, ਬਹੁਤ ਲੇਟ ਹੋ ਚੁੱਕੇ ਆ। ਔਰ ਜੰਮੂ ਕਸ਼ਮੀਰ ਦੇ ਵਿੱਚ ਅਮਨ ਕਾਨੂੰਨ ਬਹਾਲ ਹੋਣਾ ਚਾਹੀਦਾ। ਉੱਥੋਂ ਦੇ ਲੋਕਾਂ ਨੂੰ ਵੀ ਉਹ ਰਾਈਟ ਮਿਲਣੇ ਚਾਹੀਦੇ ਆ ਜਿਹੜੇ ਰਾਈਟ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਨੇ। ਲੇਕਿਨ ਉੱਥੇ ਧਾਰਾ 370 ਤੇ 35A ਜਿਹੜੀ 1947 ਵੇਲੇ ਉਹਨਾਂ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ, ਉਹ ਬਹਾਲ ਹੋਣੀ ਚਾਹੀਦੀ ਆ। ਫੈਡਰਲਿਜ਼ਮ ਦਾ ਜਿਹੜਾ ਮੁੱਦਾ ਪੂਰੇ ਦੇਸ਼ ਦੇ ਵਿੱਚ ਆ, ਸੂਬਿਆਂ ਦੇ ਅਧਿਕਾਰ ਕੁਚਲੇ ਜਾ ਰਹੇ ਆ, ਉਹਦੀ ਜਿਹੜੀ ਜੱਦੋਜਹਿਦ ਆ ਉਹ ਸ਼ੁਰੂ ਹੋਣੀ ਚਾਹੀਦੀ ਆ। ਜੀ ਧੰਨਵਾਦ ਜੀ। ਕੱਲ ਨੂੰ ਫੇਰ 9:15 ਵਜੇ ਗੱਲਬਾਤ ਹੋਏਗੀ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਸਰ ਨਵਕਿਨ ਸਿੰਘ ਪੱਤੀ ਸੇਖਵਾਂ ਬਰਨਾਲੇ ਤੋਂ ਗੱਲਬਾਤ ਕਰ। ਪਿਛਲੇ ਕੁਝ ਦਿਨਾਂ ਦੀ ਸ਼ਮੂਲੀਅਤ ਤੁਹਾਡੀ ਘਟੀ ਹੋਈ ਹੈ। ਕੱਲੀ ਮੈਂ ਆਪਣੇ ਤੌਰ ਤੇ ਕੁਝ ਗੱਲਾਂ ਰਹਿੰਦੀਆਂ, ਕੱਲ ਵੀ ਤੁਹਾਡੇ ਨਾਲ ਗੱਲ ਨਹੀਂ ਹੋ ਸਕੀ। ਅੱਜ ਆਪਣੇ ਕੋਲ 20-25 ਮਿੰਟ ਹੈਗੇ ਆ ਅਗਲਾ ਸੈਗਮੈਂਟ ਸ਼ੁਰੂ ਕਰਨ ਤੇ 10:10 ਤੋਂ ਕੋਈ ਵੀ ਕੱਲ ਵੀ ਜਿਹੜੀ ਗੱਲ ਕੀਤੀ ਸੀ ਵਕੀਲ ਵੇਰਕੇ ਉਹਨਾਂ ਦੀ, ਉਹਦੇ ਬਾਰੇ ਵੀ ਤੁਹਾਡੇ ਮਨ ਦੇ ਵਿੱਚ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਏਅਰ ਇੰਡੀਆ ਬੰਬਿੰਗ ਨੂੰ ਆਪਾਂ ਯਾਦ ਕਰਦੇ ਹਾਂ ਉਸ ਘਿਨਾਉਣੇ ਵਾਕੇ ਨੂੰ, ਜਿਹਦੇ ਵਿੱਚ ਬਹੁਤ ਜਾਨਾਂ ਗਈਆਂ। 331 ਬਹੁਤ ਵੱਡੀ ਗਿਣਤੀ ਹੈ, 329 ਤੇ 2 ਨਰੀਟਾ ਤੇ। ਗੱਲ ਉਹਨਾਂ ਦੀ ਨਹੀਂ, ਗੱਲ ਇਹ ਹੈ ਕਿ ਸੱਚ ਨਹੀਂ ਸਾਹਮਣੇ ਆ ਰਿਹਾ, ਸੱਚ ਲੁਕ ਗਿਆ, ਸੱਚ ਛਿਪਨ ਹੋ ਗਿਆ। ਬਹੁਤ ਕੁਝ ਲਿਖਤਾ ਹੈ, ਲੋਕਾਂ ਨੂੰ ਪੜ੍ਹਨ ਨੂੰ ਮਿਲ ਗਿਆ। ਅਲੱਗ-ਅਲੱਗ ਬੰਦੇ ਨੇ ਆਪਣੀ ਸੋਚ ਤੋਂ ਕਿਤਾਬਾਂ ਲਿਖਤੀਆਂ। ਜ਼ੁਹੇਰ ਕਸ਼ਮੀਰੀ ਦੀ ਕਿਤਾਬ ਹੈ, ਉਹਦੇ ਵਿੱਚ ਜਿਹੜੀ ਉਹਨਾਂ ਨੇ ਗੱਲ ਕੀਤੀ ਉਹ ਅਲੱਗ ਹੈ, ਜਿਵੇਂ ਮੈਂ ਪਹਿਲਾਂ ਦੱਸ ਕੇ ਹਟਿਆ ਸੀ। ਅਤੇ ਸੋ ਅਲੱਗ-ਅਲੱਗ ਤਰੀਕੇ ਨਾਲ ਲਿਖਿਆ ਗਿਆ। ਪਰ ਜਿਹੜੀ ਪੰਜਾਬ ਤੋਂ ਜਿਹੜੀ ਜਾਣਕਾਰੀ ਚੱਲੀ, ਜਾਂ DSP ਗੁਰਮੇਲ ਸਿੰਘ ਚੰਦੀ ਇਹਨਾਂ ਜਸਟਿਸ ਅਜੀਤ ਸਿੰਘ ਬੈਂਸ ਦੀ ਟੀਮ ਕੋਲ ਕਿਤੇ ਫਸਿਆ ਹੋਇਆ, ਰਿਟਾਇਰ ਹੋਇਆ, ਫਸਦਾ ਕਿਸੇ ਕੇਸ ਦੇ ਵਿੱਚ, ਉੱਥੋਂ ਫਿਰ ਗੱਲ ਚੱਲਦੀ ਆ ਵੀ ਮੈਂ ਆ ਜਿਹਨੇ ਤਲਵਿੰਦਰ ਸਿੰਘ ਬੱਬਰ ਨੂੰ ਇੰਟਰੋਗੇਟ ਕੀਤਾ ਸੀ, ਮੇਰੇ ਕੋਲ ਆ ਕੇ ਪਿਆ, ਮੇਰੇ ਕੋਲ ਆ ਪਿਆ। ਫਿਰ ਉਹ ਥੱਬਾ ਲੈ ਕੇ ਅਟੈਚੀ ਇੱਥੇ ਪਹੁੰਚੇ 2007 'ਚ, ਇਹ ਸੋਚ ਕੇ ਕਿ ਮਨੁੱਖੀ ਹੱਕਾਂ ਵਾਲਾ ਦੇਸ਼ ਹੈ ਅਤੇ ਸਾਡੀ ਗੱਲ ਸੁਣੀ ਜਾਏਗੀ। ਔਰ ਇਨਵਾਈਟ ਕੀਤੇ ਜਦ ਜਸਟਿਸ ਮੇਜਰ ਦੀ ਤੁਸੀਂ ਆ ਕੇ ਗਵਾਹੀ ਦੇਣੀ ਹੈ ਇਨਕੁਆਰੀ 'ਚ, ਐਵੇਂ ਥੋੜ੍ਹਾ ਆ ਗਏ ਤੁਸੀਂ, ਤੁਹਾਨੂੰ ਇਨਵਾਈਟ ਕੀਤਾ, ਆਏ ਹੋ, ਵੀਜ਼ੇ ਮਿਲੇ ਨੇ, ਇੱਥੇ ਆਏ ਹੋ। ਫਿਰ ਉਹਨਾਂ ਨੂੰ ਪੇਸ਼ ਨਹੀਂ ਉਹ ਹੋਏ, ਉਹਨਾਂ ਦੀ ਇਨਕੁਆਰੀ ਦੇ ਵਿੱਚ ਗਵਾਹੀ ਨਹੀਂ ਦਿੱਤੀ ਗਈ। ਫਿਰ ਪ੍ਰੈਸ ਕਾਨਫਰੰਸ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਕੰਸਰਨਡ ਜਿਹੜੀਆਂ ਸਿੱਖ ਆਰਗੇਨਾਈਜੇਸ਼ਨ ਸੀ ਉਹਨਾਂ ਦੇ ਰਾਹੀਂ, ਉਹ ਵੀ ਗੱਲ ਨਾ ਸਿਰੇ ਚਲੀ। ਗੱਲ ਇਹ ਹੋ ਗਈ ਵੀ ਹੁਣ ਇਹ ਲੰਘ ਗਿਆ ਸਮਾਂ, ਇਹ ਲੰਘ ਗਿਆ। 1985 ਦੀ ਗੱਲ ਹੈ। ਹੁਣ ਸਰਕਾਰਾਂ ਹੋਰ ਨੇ, ਪੋਲੀਟੀਕਲ ਪਾਰਟੀਆਂ ਹੋਰ ਨੇ, 84 ਵਾਲਾ ਤਾਪ ਲੈ ਗਿਆ। ਜਿੰਨਾ ਕੁ ਫੇਰਨਾ ਸੀ ਮਕਸੂਦ ਫੇਰ ਲਿਆ, ਕੱਢ ਲਈ ਮਲਾਈ ਜਿੰਨੀ ਕੱਢਣੀ ਸੀ। ਹੁਣ ਤਾਂ ਨਾਕਰੀਆਂ ਦੀ ਗੱਲ ਕਰੋ, ਰਾਜਨੀਤੀ ਦੀ ਗੱਲ ਕਰੋ। ਹੁਣ ਜੇ ਇਹ ਪੱਟ ਲਿਆ ਦੁਬਾਰਾ, ਅਤੇ ਦੁਬਾਰਾ ਲੋਕਾਂ ਨੇ ਆਰਕਾਈਵ ਦੇ ਵਿੱਚੋਂ ਵੀਡੀਓ ਕੱਢ ਲੈਣੀਆਂ ਨੇ, ਫੋਟੋਆਂ ਕੱਢ ਲੈਣੀਆਂ ਨੇ, ਫਿਰ ਸਾਡੀ ਬਣੀ ਬਣਾਈ ਗੱਲ ਖਰਾਬ ਹੋ ਜਾਣੀ ਹੈ। ਇੱਥੇ ਖੜੀ ਆ ਕਹਾਣੀ। ਔਰ ਕਮਿਊਨਿਟੀ ਨੇ ਸਭ ਤੋਂ ਮਾੜੀ ਇਹ ਗੱਲ ਕੀਤੀ, ਫਰੀ ਹੈਂਡ ਦੇਤਾ ਲੋਕਾਂ ਨੂੰ। ਕੁਛ ਬੰਦੇ ਅੱਗੇ ਕਰਤੇ, ਕਿਉਂਕਿ ਦਿਹਾੜੀ ਜੋਤੇ ਜਾਣ ਵਾਲੇ 2x4 ਠੋਕਣ ਵਾਲੇ ਆਟੋਆ ਨੂੰ ਕਿਵੇਂ ਜਹਾਜ਼ 'ਚ ਚੜ੍ਹ ਕੇ ਜਾਣ। ਜਿਹੜੇ ਆਟੋਆ ਤੇ ਜੇ ਸੂਬੇ ਦੀਆਂ ਗਲਿਆਰਿਆਂ 'ਚ ਫਿਰਨ ਲੱਗ ਗਏ, ਉਹਨਾਂ ਨੇ ਜੁਗਾੜ ਸੈੱਟ ਕਰ ਲਿਆ, ਆਪਣੇ ਜੁਗਾੜ ਸੈੱਟ ਕਰ ਲਏ ਅਤੇ ਪੀੜ੍ਹੀਆਂ ਬੱਲੇ ਬੱਲੇ ਹੋਈ ਪਈ ਆ। ਤੁਸੀਂ ਨਿਕਲ ਕੇ ਤਾਂ ਆ ਕੇ ਕੋਈ ਬਾਹਰਲਾ ਬੰਦਾ ਵੜ ਕੇ ਤਾਂ ਦਿਖਾਵੇ। ਚੈਲੰਜ ਕਰਦਾ ਹੈ, ਬਹੁਤ ਦਾੜੀ ਕੇਸ ਵਾਲੇ ਸਿੱਖ ਨੇ ਇੱਥੇ, ਪੜ੍ਹੇ ਲਿਖੇ ਇੰਟੈਲੀਜੈਂਟ ਡਿਗਰੀਆਂ ਵਾਲੇ, ਕੋਈ ਵੜ ਕੇ ਦਿਖਾਵੇ, ਲਾਈਨ ਕ੍ਰਾਸ ਕਰਕੇ ਦਿਖਾਵੇ। ਜਿਹਨੇ ਰਾਜਨੀਤੀ 'ਚ ਫਿੱਟ ਕਰ ਲਿਆ ਨਹੀਂ ਬਣਨ ਦਿੰਦੇ। ਔਰ ਜਿਵੇਂ SHO ਹੈ, SHO ਬਦਲਦਾ ਹੈ, ਉਹ ਜਾਣ ਵੇਲੇ ਆਪਣੇ ਏਰੀਏ ਦੇ ਮੁਖਬਰਾਂ ਨੂੰ, ਟੌਪਟਾਂ ਨੂੰ 10 ਨੰਬਰੀਆਂ ਦੀ ਗਿਣਤੀ ਦੇ ਜਾਂਦਾ, ਨਵਾਂ ਆਉਂਦਾ ਆ ਕੇ ਫਾਈਲ ਫਿਰ ਚੱਕ ਲੈਂਦਾ। ਇਸ ਤਰ੍ਹਾਂ ਹੀ ਇਹ ਹੈ।
ਪੋਲੀਟੀਕਲ ਪਾਰਟੀਆਂ ਦੇ ਚੀਫ ਹੈੱਡ ਜਦ ਜਾਂਦੇ ਨੇ ਉਹਨਾਂ ਨੂੰ ਫਾਈਲਾਂ ਮਿਲ ਜਾਂਦੀਆਂ ਵੀ ਆਹ ਬੰਦੇ ਨੇ ਆਹ ਸੂਬੇ 'ਚ ਬੰਦੇ ਨੇ, ਪੈਸੇ ਇਕੱਠੇ ਕਰਕੇ ਦਿੰਦੇ ਨੇ, ਇਹਨਾਂ ਨੂੰ ਸਾਂਭ ਲਓ। ਉਹ ਆਉਂਦੇ ਉਹਨਾਂ ਨੂੰ ਸਾਂਭ ਲੈਂਦੇ ਨੇ। ਸੋ ਇਹ ਜਿਹੜੀ ਮਾੜੀ ਕਿਸਮਤ ਕਿਸੇ ਕੌਮ ਦੀ ਇਹ ਹੁੰਦੀ ਹੈ ਕਿ ਜਦ ਤੁਸੀਂ ਟਿਕ ਕੇ ਦੇ ਦਿੰਦੇ ਹੋ ਸਾਰਾ ਕੁਝ, ਬਈ ਤੁਸੀਂ ਸਾਡੇ ਬਿਹਾਫ ਤੇ ਕਰੋ, ਬਿਹਾਫ ਤੇ ਨਹੀਂ ਕਰੋ, ਲਿਖ ਕੇ ਵੀ ਨਹੀਂ ਦਿੰਦੇ, ਪਰ ਜਿਹਦੀ ਪਹੁੰਚ ਹੈ ਨਹੀਂ, ਮੈਂ ਪਹਿਲਾਂ ਕਿਹਾ ਜਿਹਨੇ ਕੰਮ ਕਰਨ ਵਾਲੇ ਬੰਦੇ ਨੇ ਸਮਾਂ ਕੱਢ ਕੇ ਉਹਤੇ ਜਾ ਨਹੀਂ ਹੋਣਾ, ਜਿਹੜੇ ਤੁਰਨ ਫਿਰਨ ਵਾਲੇ ਨੇ ਉਹਨੇ ਕਮਿਊਨਿਟੀ ਵੱਲ ਉਂਗਲ ਕਰਕੇ ਕਹਿ ਦੇਣਾ ਇਹ ਸਾਰੇ ਮੇਰੇ ਨਾਲ ਨੇ। ਹਲੇ ਵੀ ਸਮਾਂ ਹੈ, ਹਲੇ ਵੀ। ਪਹਿਲਾਂ ਤਾਂ ਮੁਲਾਂਕਣ ਕਰੋ ਆਲੇ ਦੁਆਲੇ ਕੀ ਹੋ ਰਿਹਾ ਤੁਹਾਡੇ ਰਾਜਨੀਤੀ 'ਚ, ਕੌਣ ਨੇ ਨੌਕਰੀਆਂ ਤੇ, ਕੌਣ ਨੇ, ਕਿਹੜੇ ਬੰਦੇ ਨੇ ਜਿਨ੍ਹਾਂ ਨੇ ਪੈਰ ਫਸਾਏ ਹੋਏ ਨੇ। ਕੀ ਉਹ 10 20 25 ਘਰਾਂ ਦੇ ਜਵਾਕ ਨੇ? ਬਾਕੀ 8 ਲੱਖ ਕੌਮ ਦੇ ਵਿੱਚੋਂ ਜਵਾਕ ਪੜ੍ਹਦੇ ਨਹੀਂ, ਕਿਸੇ ਕੋਲ ਡਿਗਰੀਆਂ ਨਹੀਂ ਹੈ, ਕਿਸੇ ਦੀਆਂ ਦਾੜੀਆਂ ਨਹੀਂ ਰੱਖੀਆਂ ਹੋਈਆਂ, ਕਿਸੇ ਦੇ ਦਸਤਾਰਾਂ ਨਹੀਂ ਹੈ। ਕੀ ਉਹ ਅੰਗਰੇਜ਼ੀ ਨਹੀਂ ਬੋਲਣਾ ਜਾਣਦੇ? ਸਭ ਕੁਝ ਜਾਣਦੇ ਆ, ਪਰ ਹੁਣ ਗੱਲ ਆ ਉਹ ਸਰਕਲ ਬ੍ਰੇਕ ਹੋ ਕੇ ਉਹਦੇ ਵਿੱਚ ਬਣਨਾ ਬਹੁਤ ਔਖਾ। ਇਹ ਨਹੀਂ ਹੈ ਵੀ ਉਹਨਾਂ ਕੋਲ ਪੋਲੀਟੀਕਲ ਪਾਵਰ ਆ, ਉਹਨਾਂ ਦੇ ਕਹੇ ਵੋਟਾਂ ਪੈਂਦੀਆਂ, ਕੋਈ ਨਹੀਂ ਪੁੱਛਦਾ। ਲੈ ਸ਼ਹਿਰ 'ਚ ਖੜ ਜਾਣ ਤਾਂ ਫਿਰ, ਜੇ ਇੰਨੀ ਪਾਵਰ ਹੈ, ਤੁਰੇ ਫਿਰਦੇ ਨੇ ਮੋਢੇ ਤੇ ਪਰਨੇ ਲਈ, ਕਦੇ ਕਿਸੇ ਦੀ ਕੈਂਪੇਨ 'ਚ, ਕਦੇ ਕਿਸੇ ਦੀ ਕੈਂਪੇਨ 'ਚ, ਖੜੋ ਤਾਂ ਆਪ, ਖੜਾਓ ਟੱਬਰ ਦੇ ਜੀਆਂ ਨੂੰ ਲੋਕਲ ਪੋਲੀਟਿਕਸ ਰੀਨਾ 'ਚ, ਤੇ ਤੁਹਾਨੂੰ ਦੱਸਣ ਲੋਕ ਕਿਵੇਂ ਆ ਕਹਾਣੀ। ਨਿਕਲੋ ਤਾਂ ਸਹੀ ਬਾਹਰ। ਪਰ ਉੱਪਰ ਗਲਿਆਰਿਆਂ ਦੇ ਵਿੱਚ ਜਿਹੜਾ ਸੈੱਟ ਕਰਤਾ, ਉਹ ਪੀੜ੍ਹੀ ਦਰ ਪੀੜ੍ਹੀ ਉੱਧਰੋਂ ਪੋਲੀਟੀਕਲ ਪਾਰਟੀਆਂ ਅੱਗੇ ਬੰਦਿਆਂ ਨੂੰ ਦੇਈ ਜਾਂਦੀਆਂ, ਉੱਧਰੋਂ ਨਾਲ ਲੱਗੀ ਜਾਂਦੇ। ਆਹ ਹੋਇਆ ਹੈ। ਅਦਰਵਾਈਜ਼ ਤਾਂ ਜਦ ਬੰਦੇ ਆਏ ਸੀ ਉਹਨਾਂ ਦੀ ਕਰਦੇ ਔਟਵਾ ਦੇ ਵਿੱਚ, ਜਿਹੜੇ ਔਟਵਾ ਦਾ ਨਾਂ ਲੈ ਕੇ ਵੀ ਸਾਡੇ ਇੱਥੇ ਦਫ਼ਤਰ ਨੇ, ਉੱਥੇ ਕਰਦੇ ਪ੍ਰੈਸ ਕਾਨਫਰੰਸ, ਬਈ ਲੋਕਾਂ ਦੇ ਨਾਂ ਤੋਂ, ਕੌਮ ਦੇ ਨਾਂ ਤੋਂ ਧੱਬਾ ਲਾਉਣਾ। ਆ ਪੋਲੀਟੀਕਲ ਪਾਰਟੀਆਂ ਨੂੰ ਕਹਿੰਦੇ ਤੁਹਾਨੂੰ ਓਪਨ ਚੈਲੰਜ ਹੈ, ਤੇ ਸਾਰੇ ਮੀਡੀਆ ਨੂੰ, ਆ ਬੰਦੇ ਬੈਠੇ ਨੇ ਜਸਟਿਸ ਦੀ ਟੀਮ ਦੇ, ਇਹਨਾਂ ਨੂੰ ਜਵਾਬ ਪੁੱਛੋ, ਆ ਇਹਨਾਂ ਕੋਲ ਮਟੀਰੀਅਲ ਆ। ਨਾ ਉਹ ਫਿਰ ਇਉਂ ਸੀ ਵੀ ਹੁਣ ਧੁੱਦਲ 'ਚ ਪੈਰ ਮਾਰਾਂਗੇ ਧੁੱਦਲ ਮੂੰਹ ਨੂੰ ਆਊ। ਸਾਰਾ ਕੁਝ ਸੈੱਟ ਹੋਇਆ, ਹੁਣ ਕਾਹਨੂੰ ਆਪਾਂ ਜਿਹੜੀਆਂ ਨੇ ਕਬਰਾਂ ਪੱਟਣੀਆਂ ਨੇ? ਸਮਾਂ ਲੰਘ ਗਿਆ। ਜਦ ਸਮਾਂ ਸੀ ਇਹ ਮੌਕਾ, ਇਹ ਕੈਸ਼ ਕਰਨਾ ਸੀ, ਕਰ ਲਿਆ, ਹੁਣ ਸਮਾਂ ਲੰਘ ਗਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਆ, ਹਾਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕਮਿਊਨਿਟੀ ਆ ਜਿਹੜੀ, ਆਪਣੇ ਹੱਕਾਂ ਲਈ ਜਾਗਰੂਕ ਹੋਵੋ। ਨਵੇਂ ਲੋਕ ਨੇ ਜਿਹੜੇ, ਉਹਨਾਂ ਨੂੰ ਕੋਸ਼ਿਸ਼ ਕਰੋ, ਆਪਣੇ ਜਵਾਕਾਂ ਨੂੰ ਕੋਸ਼ਿਸ਼ ਕਰੋ, ਕੋਈ ਪੜ੍ਹਨ, ਬਿਊਰੋਕਰੇਸੀ ਦੇ ਵਿੱਚ ਪਾਲਿਸੀ ਐਡਵਾਈਜ਼ਿੰਗ ਤੇ ਕਿਸੇ ਨਾ ਕਿਤੇ ਜਾ ਕੇ ਬੈਠਣ ਲੱਗਣ। ਨਹੀਂ 8 to 5 8 to 5 6 days ਉਹ ਤਾਂ ਕਰਨਾ ਹੀ ਹੈ, ਬਾਕੀ ਵੀ ਕਰਨਾ, ਪਰ ਕੁਛ ਹੱਕਾਂ ਦੀ ਰਾਖੀ ਲਈ ਕੁਛ ਨਾ ਕੁਛ ਵਾਰਨਾ ਪੈਂਦਾ। ਸਰਦਾਰ ਸ਼ਮਸ਼ੇਰ ਸਿੰਘ ਜੀ, ਸ਼ਮਸ਼ੇਰ ਸਿੰਘ ਜੀ ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ ਸਰ, ਮੇਰੀ 20 ਸਾਲ ਦੀ ਉਮਰ ਹੈ ਜੀ, ਮੈਂ ਤੁਹਾਨੂੰ ਕਾਫੀ ਸੁਣਦਾ ਹੁੰਦਾ ਜੀ ਅੱਜ ਕੱਲ। ਧੰਨਵਾਦ। ਹਾਂਜੀ ਹਾਂਜੀ, ਮੈਂ ਤੁਹਾਡੇ ਕਰਕੇ ਸਾਹਿਤ ਨਾਲ ਜੁੜ ਗਿਆ ਜੀ। ਧੰਨਵਾਦ ਬਹੁਤ ਬਹੁਤ। ਹਾਂਜੀ ਹਾਂਜੀ, ਤੁਹਾਡੀ ਹਰ ਇੱਕ ਜਿਹੜੀ ਆਪਣਾ ਪੰਜਾਬੀ ਸੱਥ ਹੈ ਜੀ, ਬਲਵੰਤ ਗਾਰਗੀ ਜੀ ਦੀ ਕਹਾਣੀ, ਜੱਗੀ ਖੁੱਸਾ, ਬਾਕੀ ਕੁੱਲ ਮਿਲਾ ਕੇ ਜੀ ਸਾਹਿਤ ਨਾਲ ਜੋੜਤਾ ਜੀ ਤੁਸੀਂ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਤੇ ਅੱਜ ਦਾ ਵਿਸ਼ਾ ਕੀ ਹੈ ਜੀ? ਸ਼ਮਸ਼ੇਰ ਸਿੰਘ ਜੀ, ਵੈਸੇ ਜਨਰਲ ਇਹ ਗੱਲ ਕਰ ਰਿਹਾ ਸੀ ਮੈਂ ਤਾਂ ਅੱਜ, ਬਈ ਜਿਹੜੀ ਕੱਲ ਏਅਰ ਇੰਡੀਆ ਬੰਬਿੰਗ ਦੇ ਬਾਰੇ ਆਪਾਂ ਗੱਲ ਕਰਦੇ ਸੀ, ਬਈ ਉਹ ਹਾਂਜੀ ਹਾਂਜੀ ਉਹਦਾ ਸੱਚ ਬਾਹਰ ਆਉਣਾ ਚਾਹੀਦਾ, ਉਹ ਗੱਲ ਕਰ ਰਿਹਾ ਸੀ। ਤੇ ਜੇ ਇੱਕ ਨਾ ਜੀ ਸਾਡੇ ਤੇ ਵੀ ਫਿਰ ਆਰੋਪ ਲੱਗਦਾ ਜੀ, ਸਿੱਖ ਕੌਮ ਤੇ ਵੀ ਇਹਨਾਂ ਨੇ ਕਰਵਾਇਆ, ਜਿਵੇਂ ਜੀ ਆਪਣਾ ਕੀ ਨਾਮ ਸੀ ਜੀ ਉਹਨਾਂ ਦਾ, ਜਸਵੰਤ ਸਿੰਘ ਖਾਲੜਾ ਜੀ ਨੇ ਜੀ ਜਿਵੇਂ ਰਿਸਰਚ ਕੀਤੀ ਸੀਗੀ, ਉਹ ਜਿਵੇਂ ਉਹ ਦਾਗ ਸਾਬਤਾ ਸੀ, ਧੋਤਾ ਗਿਆ ਜੀ ਉਹਨੂੰ, ਚਾਹੇ ਕੋਈ ਮੰਨੇ ਚਾਹੇ ਨਾ ਮੰਨੇ, ਵੈਸੇ ਉਹ ਵੈਲਿਡ ਤਾਂ ਹੈ, ਤਾਂ ਹੀ ਤਾਂ ਉਹਨਾਂ ਦਾ ਐਨਕਾਊਂਟਰ ਹੋਇਆ ਨਾ ਜੀ। ਤੇ ਜੇ ਕੋਈ ਉਵੇਂ ਦਾ ਕੋਈ ਕੌਮ ਚੋਂ ਮਤਲਬ ਕੋਈ ਬੰਦਾ ਉਪਜਦਾ ਹੈ, ਕੋਈ ਉਹੋ ਜਿਹੀ ਕੋਈ ਅਮਰਜ ਹੋਵੇ ਕੋਈ ਬੰਦਾ, ਤੇ ਉਹ ਦਾਗ ਅਸੀਂ ਲਾ ਸਕਦੇ ਹਾਂ ਜੀ। ਹਾਂਜੀ। ਤੇ ਇੱਕ ਖਬਰ ਹੋਰ ਆ ਰਹੀ ਹੈ ਜੀ ਵੀ ਕੈਨੇਡਾ ਡੇ ਨੂੰ ਕੈਂਸਲ ਕਰੋ, ਤੇ ਰੈੱਡ ਇੰਡੀਅਨਾਂ ਦੇ ਜੀ ਹੋਰ ਥੋੜੇ ਜਿਹੇ ਕਲਬੂਤ ਉਹਨਾਂ ਨੇ ਗ੍ਰੇਵ ਮਿਲੀਆਂ ਨੇ ਜੀ। ਰੈੱਡ ਇੰਡੀਅਨ ਨਹੀਂ ਕਦੇ ਵੀ ਕਹਿਣਾ, ਇੰਡੀਜਨਸ ਕਹਿਣਾ, ਤੇ ਉਹਨਾਂ ਦੀਆਂ ਬਿਲਕੁਲ ਹਾਂ ਸੈਸਕਾਟੂਨ ਠੀਕ ਹੈ ਜੀ, ਉਹਨਾਂ ਦੀਆਂ ਹਾਂਜੀ 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 ਗੱਲ ਕਰਦੇ ਹਾਂ। ਥੈਂਕ ਯੂ। ਸਰ ਮਹਿੰਦਰ ਸਿੰਘ ਜੀ ਲਾਈਨ ਨੰਬਰ 2। ਹਾਂਜੀ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਪਹਿਲੀ ਗੱਲ ਤਾਂ ਇਹ ਜੀ ਵੀ ਜਿਹੜਾ ਏਅਰ ਇੰਡੀਆ ਦਾ ਕ੍ਰੈਸ਼ ਉਸ ਵੇਲੇ ਕਰਾਇਆ ਗਿਆ ਸੀ, ਹੋਇਆ ਨਹੀਂ ਮੈਂ ਕਹਿੰਦਾ, ਕਰਾਇਆ ਗਿਆ ਸੀ, ਉਹਦੇ ਤੇ ਇੰਨਾ ਕੁਛ ਲਿਖਿਆ ਜਾ ਚੁੱਕਾ, ਇੰਨਾ ਪੜ੍ਹਿਆ, ਇੰਨਾ ਸੁਣਨ ਨੂੰ ਮਿਲ ਗਿਆ। ਅੱਜ ਜੇ ਅਸੀਂ ਉਹਨਾਂ ਨੂੰ ਕੇਵਲ
ਸ਼ਰਧਾਂਜਲੀਆਂ ਕਹਿ ਦਈਏ, ਸ਼ਰਧਾਂਜਲੀ ਭੇਟ ਕਰਦੇ ਆ ਉਹਨਾਂ ਲਈ। ਅਫਸੋਸ ਮੇਰਾ ਖਿਆਲ ਹੈ ਵੀ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਜਿਹੜਾ ਕੁਛ ਉਹ ਵਾਪਰਿਆ ਉਹ ਕਿਹੜੀਆਂ ਏਜੰਸੀਆਂ ਨੇ ਕਰਾਇਆ, ਉਹਦੇ ਵਿੱਚ ਨਾਂ ਵੀ ਆ ਗਏ, ਸਾਰਾ ਕੁਝ ਆ ਗਿਆ, ਪਰ ਉਹਨੂੰ ਮੈਨੇਜ ਜਿਸ ਢੰਗ ਨਾਲ ਕਰ ਲਿਆ ਗਿਆ ਉਹ ਅੱਜ ਸਾਡੇ ਵਰਗਿਆਂ ਦੀ ਕਿਸੇ ਵੀ ਕੌਮ ਦੇ ਵੱਸ ਦਾ ਰੋਗ ਰਹਿ ਨਹੀਂ ਗਿਆ। ਲੱਗਦਾ ਜਿਵੇਂ ਤੁਸੀਂ ਦੱਸ ਦਿੱਤਾ ਪਹਿਲਾਂ ਹੀ ਕਿ ਸਾਡੀ ਕੌਮ ਕਿੱਥੇ ਖੜੀ ਹੈ, ਇਹ ਏਜੰਸੀਆਂ ਕਿੱਥੇ ਕਿੱਥੇ ਪਹੁੰਚ ਗਈਆਂ। ਗੱਲਾਂ ਇਹੋ ਜਿਹੀਆਂ ਕਿਉਂਕਿ ਜਿਸ ਮੇਰੀ ਆਪਣੀ ਉਮਰ ਦੇ ਵਿੱਚ ਸਟੂਡੈਂਟ ਲਾਈਫ ਦੇ ਵਿੱਚ ਨਕਸਲਾਈਟ ਲਹਿਰ ਦਾ ਬੇੜਾ ਗਰਕ ਹੁੰਦਾ ਵੇਖਿਆ, ਉਤਾਰ ਚੜਾਅ ਵੇਖਿਆ, ਖਾੜਕੂ ਲਹਿਰ ਦਾ ਵੇਖਿਆ, ਹੁਣ ਆਹ ਸਾਰਾ ਕੁਝ ਆ ਰਿਹਾ। ਜਿੰਨਾ ਕੁਝ ਪੜ੍ਹਨ ਨੂੰ ਮਿਲਿਆ, ਜਿੰਨਾ ਕੁਝ ਸੁਣਨ ਨੂੰ ਮਿਲਿਆ, ਇੰਨਾ ਕੁਝ ਮਿਲਿਆ ਇੱਥੋਂ ਤੱਕ ਕਿ ਏਜੰਸੀਆਂ ਨੇ, ਜਿਵੇਂ ਹੁਣ ਮਲੋਏ ਕ੍ਰਿਸ਼ਨਾਧਰ ਵਰਗਿਆਂ ਨੇ ਬਹੁਤ ਕੁਝ ਲਿਖਤਾ, ਹੋਰ ਬਹੁਤ ਸਾਰੇ ਬੰਦਿਆਂ ਨੇ ਕਸ਼ਮੀਰੀ ਦੀ ਕਿਤਾਬ ਦਾ ਜ਼ਿਕਰ ਆਇਆ, ਤੇ ਆਪਣੇ ਇਹਨਾਂ ਦੀ ਗੁਰਮੀਤ ਸਿੰਘ ਹੋਣਾ ਦਾ ਬਹੁਤ ਸਾਰਿਆਂ ਪੜ੍ਹਨ ਨੂੰ ਮਿਲਿਆ। ਗੱਲ ਇਹ ਆਉਂਦੀ ਹੈ ਕਿ ਇਹਦੇ ਵਿੱਚੋਂ ਤੋੜ ਕਿੱਥੇ ਆਊਗਾ, ਕੌਮ ਕਿੱਥੇ ਸੁਧਰੂਗੀ, ਕਿਉਂਕਿ ਏਜੰਸੀਆਂ ਨੇ ਅੱਜ ਵੀ ਉਹ ਬੰਦੇ ਭਾਰਤ ਵਿੱਚ ਬੈਠੇ ਆ, ਬਹੁਤ ਮੁਲਕਾਂ 'ਚ ਬੈਠੇ ਆ ਜਿਹੜੇ 84 ਤੋਂ ਪਹਿਲਾਂ ਫਿੱਟ ਕੀਤੇ, ਆਪਦੇ ਬੰਦੇ ਵਿੱਚ ਵਾੜੇ, ਤੇ 84 ਤੋਂ ਬਾਅਦ ਵੀ ਕਿਸੇ ਨੂੰ ਦੁਬਈ 'ਚ ਫਿੱਟ ਕੀਤਾ, ਕਿਸੇ ਨੂੰ ਕੈਨੇਡਾ ਜਾਂ ਹੋਰ ਕਿਤੇ, ਉਹ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ। ਪਰ ਉਹਦਾ ਜਿਹੜਾ ਤੋੜ ਲੱਭਣਾ ਕਿ ਇਸ ਤੋਂ ਸਾਡੀ ਕੌਮ ਬਚੇ ਕਿਵੇਂ, ਕੌਮ ਜਾਗਰੂਕ ਕਿਵੇਂ ਹੋਵੇ, ਉਹ ਕਿਤੇ ਨਹੀਂ ਲੱਭ ਰਿਹਾ। ਏਜੰਸੀਆਂ ਅੱਜ ਵੀ ਸਾਡੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਜਿਹੜਾ ਸਾਡਾ ਬੁੱਧੀਜੀਵੀ ਵਰਗ ਹੈ, ਖਾਸ ਕਰਕੇ ਸਾਡੀ ਕਮਿਊਨਿਟੀ ਨਾਲ ਜੁੜਿਆ ਹੋਇਆ ਸਿੱਖ ਬੁੱਧੀਜੀਵੀ ਵਰਗ ਹੈ, ਉਹ ਯੂਨੀਵਰਸਿਟੀਆਂ ਵਿੱਚ ਪਹਿਲੀ ਗੱਲ ਤਾਂ ਐਜੂਕੇਸ਼ਨ ਸਿਸਟਮ ਹੀ ਇਹੋ ਜਿਹਾ ਬਣਾਤਾ, ਉੱਥੇ ਆ ਨਹੀਂ ਰਿਹਾ। ਜੇ ਕੋਈ ਹੈ ਤਾਂ ਉਹਨਾਂ ਨੂੰ ਹਿਊਮਲੀਏਟ ਕਰਕੇ, ਉਹਨਾਂ ਨੂੰ ਡੀਮੋਰਲਾਈਜ਼ ਕਰਕੇ ਕੱਢਿਆ ਜਾ ਰਿਹਾ। ਇਹੋ ਹਾਲ ਬਾਕੀ ਘੱਟ ਗਿਣਤੀਆਂ ਨਾਲ ਕੀਤਾ ਜਾ ਰਿਹਾ। ਸਿਰਫ ਅਫਸੋਸ ਜ਼ਾਹਰ ਕਰ ਲੈਣ ਨਾਲ ਮੇਰਾ ਖਿਆਲ ਹੈ ਕੁਝ ਬਣਨਾ ਨਹੀਂ। ਹਾਂ, ਉਹ ਤਾਂ ਕੋਈ ਇੰਨਿਆਂ ਜੋਗੇ ਉੱਠੇ ਸੂਰਮਾ, ਉਹ ਗੱਲ ਜਿਹੜੀ ਹੁਣੇ ਇੱਕ ਨੌਜਵਾਨ ਮੁੰਡਾ ਵੀ ਕਹਿ ਕੇ ਗਿਆ, ਉਹ ਗੱਲ ਹੋਣ ਵਾਲੀ ਹੈ, ਕਿਸੇ ਨਾ ਕਿਸੇ ਵੇਲੇ ਹੋਊਗੀ। ਪਰ ਜਦੋਂ ਕੋਈ ਉਹ ਸੂਰਮਾ ਉੱਠਦਾ ਹੈ ਤੇ ਉਦੋਂ ਫਿਰ ਇੱਕ ਦਰਖਤ ਦਿੱਲੀ ਲਾ ਦਿੰਦਾ, ਉਹ ਵੀ ਕੁਛ ਸਾਡੇ ਸਾਹਮਣੇ ਆ। ਤੇ ਕਿੱਧਰ ਨੂੰ ਜਾਇਆ ਜਾਵੇ, ਇਹਦੇ ਤੇ ਤੁਸੀਂ, ਮੇਰਾ ਖਿਆਲ ਹੈ ਵੀ ਤੁਸੀਂ ਜ਼ਿਆਦਾ ਇਹਦੇ ਨਾਲ ਵਾਬਸਤਾ ਹੋ। ਜੇ ਕਿਤੇ ਇਹਦੇ ਤੇ ਚਾਨਣਾ ਪਾਓ ਤੇ ਧੰਨਵਾਦੀ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਜੀ, ਮੈਨੂੰ ਪਿਛਲੇ 10 ਸਾਲਾਂ ਤੋਂ ਆਪਾਂ ਇਹ ਦਿਨ ਤੇ ਸ਼ੋਅ ਕਰ ਰਹੇ ਹਾਂ 23 ਜੂਨ ਤੇ ਰੈਗੂਲਰ, ਹਰ ਪ੍ਰਪੇਖ ਤੋਂ ਇਹਨੂੰ ਹੰਗਾਲਿਆ ਆਪਾਂ ਪੂਰਾ, ਬਈ ਕੀ ਹੋਇਆ, ਕੀ ਕਮਿਊਨਿਟੀ ਦੇ ਵਿੱਚ ਬਹੁਤ ਕੁਝ ਹੋਇਆ। RCMP ਨੇ ਕਮਿਊਨਿਟੀ ਦੇ ਵਿੱਚੋਂ ਜਿਹੜੇ ਵਾਅਦਾ ਮਾਫ ਗਵਾਹ ਬਣਾਏ, ਉਹਨਾਂ ਦੀਆਂ ਜ਼ਿੰਦਗੀਆਂ ਰੁਲੀਆਂ ਪਈਆਂ ਪਿੱਛੇ। ਜੇ ਇੱਕ ਵਾਅਦਾ ਮਾਫ ਗਵਾਹ ਨੇ ਦੱਸਿਆ ਕਿ ਵੀ ਮੈਨੂੰ ਕਿਵੇਂ ਕਿਹੜੇ ਬੰਦੇ ਨੇ RCMP ਦੇ ਆਪਣੇ ਪੰਜਾਬੀ ਅਫਸਰ ਨੇ ਮੈਨੂੰ ਵਾਅਦਾ ਕੀਤਾ, ਉਹਦੇ ਬਾਅਦ ਹੁਣ ਮੇਰੇ ਕੋਲ ਨਾ ਕੰਮ, ਨਾ ਧੰਦ, ਨਾ ਕੁਛ, ਤੇ ਮੈਂ ਮਾੜੇ ਹਾਲ ਰਹਿ ਰਿਹਾ। ਇੱਕ ਉਸ ਸਮੇਂ ਨਾ ਇੱਕ ਭੱਜ ਨੌੜ ਸ਼ੁਰੂ ਹੋ ਗਈ ਕਮਿਊਨਿਟੀ ਦੇ ਵਿੱਚ। ਸਾਰਿਆਂ ਨੇ ਇਹ ਕੋਸ਼ਿਸ਼ ਕੀਤੀ, ਕੋਈ ਕਹਿੰਦਾ ਮੈਂ ਵਿਜ਼ਿਟ ਵੀਜ਼ੇ 'ਤੇ ਮੈਂ PR ਹੋ ਜਾਵਾਂ, ਕੋਈ ਕਹਿੰਦਾ ਮੈਨੂੰ 4 ਪੈਸੇ ਮਿਲ ਜਾਣ। ਅਤੇ ਉਹ ਲਲਕ ਕਿਹਨੇ ਦਿੱਤੀ? ਪੰਜਾਬੀ ਦੇ ਜਿਹੜੇ ਬੰਦਿਆਂ ਦੀ ਡਿਊਟੀ ਲਾਈ ਉਹਨਾਂ ਨੇ ਵਿੱਚ, ਉਹਨਾਂ ਨੇ ਘਰ 'ਚ ਗੇੜੇ ਸ਼ੁਰੂ ਕਰ ਦਿੱਤੇ। ਉਹਨਾਂ ਨੂੰ ਇਹ ਸੀ ਵੀ ਵੱਡਾ ਕੇਸ ਹੈ, ਸਾਡੇ ਬੈਜ ਮੋਢਿਆਂ 'ਤੇ ਲੱਗਣਗੇ। ਮੈਨੂਪੂਲੇਸ਼ਨ ਇੰਨੀ ਹੋਈ ਹਰ ਪੱਖੋਂ, ਕਿਸੇ ਨੇ ਡਰਾ ਤੇ, ਕਿਸੇ ਨੇ ਕੁਛ ਕਰਤੇ। ਪਰ ਜਦ ਗੱਲ ਚੱਲਦੀ ਹੈ, ਜਿਹੜਾ ਨਹੀਂ ਜੰਮਿਆ 84-85 ਤੋਂ ਬਾਅਦ, ਉਹਨੇ ਬੈਠ ਕੇ ਗੂਗਲ ਕਰਨਾ 에ਅਰ ਇੰਡੀਆ ਕਨਿਸ਼ਕਾ, ਤੇ ਉਹਦੇ ਵਿੱਚੋਂ ਨਿਕਲ ਕੇ ਜਿਹੜਾ ਕੁਛ ਆ ਜਾਣਾ ਉਹਦੇ ਮਨ 'ਚ ਸੈੱਟ ਹੋ ਜਾਣਾ। ਬਸ ਵੀ ਆਹ ਹੋਇਆ। ਖਬਰਾਂ ਤੋਂ ਪਹਿਲਾਂ ਮੈਂ ਕਾਲਰਸ ਨਾਲ ਗੱਲਬਾਤ ਕਰਨੀ ਚਾਹੁੰਦਾ ਹਾਂ। ਸਰਦਾਰ ਜਸਵੀਰ ਸਿੰਘ ਜੀ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ। ਮੈਨੂੰ ਲੱਗਦਾ ਮੇਰਾ ਗੁਨਾਹ ਹਰੇਕ ਵਾਰੀ ਇੱਥੇ ਕੀ ਪੈਂਦਾ। ਬਸ ਫਿਰ ਅੱਗੇ ਪਿੱਛੇ ਹੋ ਜਾਂਦੇ ਆ ਜੀ, ਘਰ ਦੇ ਹੋ ਨਾ ਤੁਸੀਂ। ਅੱਛਾ, ਮੈਂ ਬੇਨਤੀ ਇਹ ਕਰਨੀ ਸੀ ਵੀ ਜਿਹੜੀਆਂ ਵੀ ਜਥੇਬੰਦੀਆਂ ਬਣਦੀਆਂ ਨੇ, ਉਹ ਜਥੇਬੰਦੀਆਂ ਦੇ ਵਿੱਚ ਜਦੋਂ ਲੋਕਾਂ ਨੂੰ ਭਰਮਾਇਆ ਜਾਂਦਾ, ਉਹਦੇ ਵਿੱਚ ਕੁਝ ਕੁ ਗੱਲਾਂ, ਕੁਝ ਕੁ ਕੰਮ ਏਦਾਂ ਦੇ ਕੀਤੇ ਜਾਂਦੇ ਨੇ ਜਿਹੜੇ ਲੋਕਾਂ ਦਾ ਵਿਸ਼ਵਾਸ ਜਿੱਤਦੇ ਨੇ, ਲੇਕਿਨ ਉਹਨਾਂ ਦਾ ਮਨੋਰਥ ਜਿਹੜਾ ਹੈ ਉਹ ਸਾਡੀ ਆਮ ਬੰਦੇ ਦੀ ਪਕੜ ਵਿੱਚ ਆਉਣ ਤੋਂ ਬੜੀ ਦੂਰ ਰਹਿੰਦਾ ਹੈ।
ਔਰ ਇਹ ਜਿਹੜੀ ਪਕੜ ਹੈ, ਇਹ ਪਕੜ ਨੂੰ ਮਜ਼ਬੂਤ ਕਰਨ ਦਾ ਇੱਕੋ ਇੱਕ ਸਾਧਨ ਗੁਰੂ ਸਾਹਿਬ ਵੀ ਦੱਸਦੇ ਨੇ ਔਰ ਸਮਾਜ ਦੀ ਪ੍ਰਕਿਰਿਆ ਵਿੱਚ ਵੀ ਹੈ, ਉਹ ਹੈਗਾ ਗਿਆਨ। ਔਰ ਜਿਹੜੇ ਗਿਆਨ ਨੂੰ ਮਨੁੱਖ ਉਧਾਰ ਲੈਂਦਾ ਹੈ, ਉਹ ਗਿਆਨ ਮਨੁੱਖ ਦੀ ਕਾਬਲੀਅਤ ਨੂੰ ਬਹੁਤੀ ਉਚਾਈ ਤੱਕ ਲਿਜਾਣ ਦੀ ਸਮਰੱਥਾ ਨਹੀਂ ਰੱਖਦਾ। ਜਿਹੜਾ ਗਿਆਨ ਮਨੁੱਖ ਆਪ ਹਾਸਲ ਕਰਦਾ ਹੈ, ਉਹ ਮਨੁੱਖ ਨੂੰ ਉੱਥੋਂ ਤੱਕ ਲੈ ਜਾਂਦਾ ਕਿ ਉਹ ਆਪਣੇ ਆਪ ਨੂੰ ਔਰ ਆਪਣੇ ਚੁਗਿਰਦੇ ਨੂੰ ਸਮਝਣ ਦੀ ਸਮਰੱਥਾ ਕਾਇਮ ਕਰ ਲੈਂਦਾ। ਤੁਸੀਂ ਗੱਲ ਕੀਤੀ ਹੈ ਵੀ ਇੱਥੋਂ ਦੀਆਂ ਜਥੇਬੰਦੀਆਂ ਜਿਹੜੇ ਦਾੜੀ ਕੇਸ ਵਾਲੇ ਬੰਦੇ ਬੈਠ ਕੇ ਸਿੱਖ ਕਹਾਉਣ ਲੱਗੇ, ਉਹਨਾਂ ਨੇ ਸਿੱਖਾਂ ਦੇ ਉੱਤੇ ਅਕਸ਼ ਨੂੰ ਔਰ ਸਿੱਖਾਂ ਦੀ ਜਿਹੜੀ ਉਹਨਾਂ ਦੀ ਚੜ੍ਹਤ ਸੀ ਉਸ ਨੂੰ ਵਿਗਾੜਿਆ ਨਹੀਂ। ਉਹਦਾ ਕਾਰਨ ਹੈ WSO ਦੀ ਨੀਂਹ ਰੱਖਣ ਵਾਲਾ ਜਿਹੜਾ ਵਿਅਕਤੀ ਇੱਥੇ ਆਇਆ ਸੀ, ਉਹ ਭੁੱਲਰ ਸੀ, ਜਨਰਲ ਭੁੱਲਰ। ਔਰ ਉਹ ਬਾਅਦ ਦੇ ਵਿੱਚ ਜਾ ਕੇ ਸਰਕਾਰ ਦੇ ਕੁਝ ਕੱਛੜ 'ਚ ਬਹਿ ਗਿਆ। ਹੁਣ ਜਿਹੜੇ ਬੰਦਿਆਂ ਨੂੰ ਬਾਗਡੋਰ ਸੰਭਾਲ ਕੇ ਗਿਆ, ਉਹ ਇਹ ਕਿਵੇਂ ਹੋ ਸਕਦਾ ਕਿ ਜਿਹੜਾ ਵਿਅਕਤੀ ਬਣਾ ਕੇ ਜਾਵੇ ਔਰ ਉਹਦੇ ਨਾਲ ਜੁੜਨ ਵਾਲੇ ਲੋਕ ਉਹਦੇ ਖਿਆਲਾਂ ਤੋਂ ਵੱਖਰਾ ਹੋ ਕੇ ਕੰਮ ਕਰਨ? ਇਹ ਹੋਇਆ ਕਦੇ ਦੁਨੀਆ 'ਚ? ਤੋ ਇਹ ਉਸ ਦੀ ਇੱਕ ਪ੍ਰਕਿਰਿਆ ਦਾ ਤੁਹਾਨੂੰ ਪ੍ਰਦਰਸ਼ਨੀ ਸਾਡੇ ਸਾਹਮਣੇ ਆਈ ਹੈ ਕਿ ਇਹਨਾਂ ਲੋਕਾਂ ਨੇ ਕੁਝ ਸਿੱਖਾਂ ਦੇ ਕੰਮ ਕੀਤੇ ਨੇ, ਬਾਕੀ ਦਾ ਜਿਹੜਾ ਇਹਨਾਂ ਨੇ ਨਿੱਜ ਨੂੰ ਆਪਣੇ ਨੂੰ ਉਭਾਰ ਕੇ ਸਿੱਖੀ ਪ੍ਰਕਿਰਿਆ ਨੂੰ ਜਿਹੜਾ ਸੱਟ ਮਾਰੀ ਗਈ ਆ, ਉਹਨੂੰ ਨਿਖਾਰਨ ਵਿੱਚ ਯੋਗਦਾਨ ਨਹੀਂ ਪਾਇਆ। ਉਹਦਾ ਅੰਤਰ ਤਾਂ ਹੈਗਾ ਇਹ। ਤੇ ਦੂਜੀ ਜਿਹੜੀ ਕਿਰਿਆ ਸਾਡੇ ਸਾਹਮਣੇ ਆ, ਉਹ ਇਹ ਹੈ ਕਿ ਜੇ ਇਹਦਾ ਕੋਈ ਨਾ ਕੋਈ ਅਸੀਂ ਆਪਣੇ ਆਪ ਨੂੰ ਬਚਾਉਣਾ ਸਮਝਣਾ, ਤਾਂ ਸਾਨੂੰ ਜਥੇਬੰਦਕ ਢਾਂਚੇ ਚੋਂ ਬਾਹਰ ਨਿਕਲ ਕੇ ਪੰਥਕ ਢਾਂਚੇ ਦੀ ਕਿਰਿਆ ਦੇ ਵਿੱਚ ਆਪਣੇ ਆਪ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ। ਪੰਥਕ ਢਾਂਚਾ ਉਹ ਹੈ ਜਿਹੜਾ ਗੁਰੂ ਗਿਆਨ ਦੇ ਨਾਲ ਮਨੁੱਖ ਨੂੰ ਸਮਾਜ ਦੀ ਪ੍ਰਕਿਰਿਆ ਦਾ ਸਹੀ ਰਸਤਾ ਦੱਸਦਾ। ਇਹੀ ਇੱਕ ਰਸਤਾ, ਜਦੋਂ ਅਸੀਂ ਇੱਧਰ ਜਾਵਾਂਗੇ ਹੋ ਸਕਦਾ ਸਾਨੂੰ ਕੁਝ ਨਾ ਕੁਝ ਅਕਲ ਵੀ ਆਵੇ ਔਰ ਅਸੀਂ ਆਪਣੇ ਆਪ ਨੂੰ ਉਜਾਗਰ ਵੀ ਕਰ ਸਕੀਏ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ, ਬਹੁਤ ਬਹੁਤ ਸਟਾਰ ਸਾਹਿਬ। ਸਟਾਰ ਕਰਮਜੀਤ ਸਿੰਘ, ਲਾਈਨ ਨੰਬਰ 2। ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਵੀਰ ਜੀ। ਗਿੱਲ ਸਾਹਿਬ, ਮੇਰੇ ਖਿਆਲ ਸ਼ਾਇਦ ਤੁਸੀਂ ਨਾ ਵੀ ਇਹ ਗੱਲ ਨੂੰ ਸਵੀਕਾਰ ਕਰੋ। ਕੋਈ ਮੇਰੇ ਜੇਨ ਦੇ ਵਿੱਚ ਦੋ ਜਿਹੜੇ ਹੈ ਨਾ ਨਾਮਾ ਨਗਾਰ ਬੈਠੇ ਆ। ਪਹਿਲੀ ਸੀ ਇੱਕ ਸੁਰਿੰਦਰ ਬਤਰਾ, ਨਿੱਕੇ ਨਿੱਕੇ ਹੁੰਦੇ ਨੇ, ਜਿਹਨੂੰ ਸੁਣ ਜਾਂਦੇ ਹੋਏ ਸੀ, ਖਬਰਾਂ ਸੁਣੀ ਦੀਆਂ ਸੀਆਂ, ਚਲੋ 65 ਦੇ ਵਿੱਚ ਲੜਾਈ ਲੱਗੀ ਆ। ਅੱਛਾ ਜੀ। ਦੂਜਾ ਬੰਦਾ ਗਿੱਲ ਸਾਹਿਬ ਮੇਰੇ ਜੇਨ ਦੇ ਵਿੱਚ ਬੈਠਾ, ਸੱਚ ਦੇ ਉੱਤੇ ਖੜਾ, ਹਮੇਸ਼ਾ ਸੱਚ ਦੀ ਗੱਲ ਕਰਦਾ। ਕੱਲ ਦਾ ਪ੍ਰੋਗਰਾਮ ਸੁਣ ਕੇ ਬਹੁਤ ਮਨ ਨੂੰ ਖੋਲਿਆ, ਬਹੁਤ ਪਿੱਛੇ ਮਨ ਦੇ ਵਿੱਚ ਬਹੁਤ ਅੜਚਣਾਂ ਪਈਆਂ ਸੀਆਂ, ਜਿਹਨੂੰ ਤੁਸੀਂ ਵਿਰਕ ਸਾਹਿਬ ਨੂੰ ਲਿਆ ਕੇ ਇਹ ਪੱਤਰੇ ਖੋਲੇ ਆ। ਇਹ ਪੱਤਰੇ ਆਮ ਨਹੀਂ ਕੋਈ ਖੋਲ ਸਕਦਾ। ਗੱਲ ਰਹੀ WSO ਦੀ, WSO ਨੂੰ ਬਣਾਉਣ ਵਾਲੇ ਅਸੀਂ ਆ। ਨਾਰਥ ਦੇ ਵਿੱਚ ਅਸੀਂ WSO ਖੜੀ ਕੀਤੀ, ਕੋਈ ਸ਼ੱਕ ਨਹੀਂ ਹੈ। ਪਹਿਲਾਂ WSO ਨੇ ਕੰਮ ਬਹੁਤ ਸੋਹਣੇ ਕੀਤੇ। ਉਹਦੇ ਬਾਅਦ WSO ਕੁਛ ਪਰਿਵਾਰਾਂ ਦੇ ਹੱਥ ਵਿੱਚ ਆ ਗਈ। ਹੱਥ ਵਿੱਚ ਆਉਣ ਜਿੱਦਾਂ ਹੁਣ ਪਹਿਲੇ ਕਾਲਰ ਸਾਹਿਬ ਨੇ ਕਿਹਾ ਵੀ ਪੰਥਕ ਢਾਂਚਾ ਚਾਹੀਦਾ। ਪੰਥਕ ਢਾਂਚਾ ਤਾਂ ਉਸ ਵੇਲੇ ਹੈ ਹੀ ਨਾ। ਸਾਨੂੰ ਤਾਂ ਕਹਿੰਦੇ ਨੇ ਸੀਕ੍ਰੇਟ ਆ, ਸਾਰਾ ਕੁਝ ਸੀਕ੍ਰੇਟ ਹੈ। ਜਵਾਨੋਂ ਕੋਈ ਚੱਲਿਆ ਸੀ, ਸੀਕ੍ਰੇਟ ਚੱਲ ਰਹੀ ਹੈ ਗੱਲ, ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਨਾਲ ਦੇ ਦੱਸਦੇ ਨਾਲ ਕੀ ਹੋ ਰਿਹਾ। ਉਹਦੇ ਬਾਅਦ ਕੀ ਨਿਕਲਿਆ, ਆਪਣੇ ਨਾਂ ਦੇ ਲਾਗੇ ਆਫਿਸ, ਆਪਣੇ ਨਾਂ ਦੇ ਉੱਤੇ ਨਿਆਰੇ, ਉਹਨਾਂ ਦੇ 4 ਬੰਦੇ 6 ਬੰਦੇ ਉਹਨਾਂ ਦੇ ਬੰਦੇ ਆ, ਬਾਕੀ ਦੁਨੀਆ ਸਭ ਅਨਪੜ੍ਹੇ ਸਮਝਦੀ ਆ। ਜਦ ਤੱਕ ਸਾਡੀ ਕੌਮ ਨੂੰ ਇੰਨਾ ਨਹੀਂ ਪਤਾ ਲੱਗਣਾ ਕਿ ਅਸੀਂ ਪੰਥਕ ਢਾਂਚੇ ਦੇ ਨਾਲ ਚੱਲੀਏ, 5 ਬੰਦੇ ਮਹਾਰਾਜ ਨੇ 5 ਬੰਦੇ ਤੇ ਪੰਜਾਂ ਨਾਲ ਬੈਠ ਕੇ ਗੁਰਮਤਾ ਕਰੀਏ ਔਰ ਸਾਰੀ ਸੰਗਤ ਨੂੰ ਦਸੀਏ, ਉੱਥੇ ਸਾਡੀ ਕੌਮ ਦਾ ਕੁਝ ਨਹੀਂ ਮੰਨਣਾ। ਅਸੀਂ 84 ਤੋਂ ਲੈ ਕੇ ਹੁਣ ਤੇ ਲਿਖ ਕੇ ਵੀ ਦੇਖਿਆ, ਇੰਡੋ ਕੈਨੇਡੀਅਨ ਦੇ ਵਿੱਚ ਲਿਖਦੇ ਵੀ ਰਹੇ ਆ, ਸਾਰਾ ਕੁਝ ਕਰਕੇ ਦੇਖਿਆ, ਪਰ ਸਾਡੇ ਹੱਥ ਪੱਲੇ ਕੀ ਪਿਆ? ਕੱਖ ਵੀ ਨਹੀਂ ਪਿਆ। 4 ਪਰਿਵਾਰ ਉੱਠ ਕੇ ਖੜ ਗਏ, ਉਂਗਲੀ ਕਰਦੇ ਆ। ਇੱਦਾਂ ਸਾਡੇ ਜੁਨੀ ਝੁੰਦੀ ਰਹੀ ਆ, ਉਂਗਲੀ ਕਰ ਕਹਿੰਦੇ ਸਾਰੇ ਇਸ ਚੀਜ਼ ਨੇ ਸਾਡੇ ਨਾਲ ਆ। ਆਪ ਬਿਜ਼ਨਸ ਏਜੰਟਾਂ ਦੀਆਂ ਜੋਬਾਂ ਲੱਗ ਗਏ, ਮਿਨਿਸਟਰ ਬਣ ਗਏ, ਕੋਈ ਕੁਝ ਬਣ ਗਿਆ, ਅਸੀਂ ਉੱਥੇ ਦੇ ਉੱਥੇ ਰਹਿ ਗਏ। ਅਸੀਂ ਅੱਖਾਂ ਮੀਟ ਕੇ ਜਾਂਦੇ ਤੋਰੋਗੇ, ਮਗਰ ਗਿੱਲ ਸਾਹਿਬ ਉੱਦਾਂ ਹੀ ਚੱਲਣਾ ਨਹੀਂ ਹੈ ਕੰਮ। ਅੱਖਾਂ ਖੋਲ ਕੇ ਚੱਲਣਾ ਚਾਹੀਦਾ ਕੌਮ ਨੂੰ, ਕੌਮ ਨੂੰ ਉੱਠ ਕੇ ਚੱਲਣਾ ਚਾਹੀਦਾ। ਤੁਹਾਡੇ ਵਰਗੇ ਜਿਹੜੇ ਨਾਮਾ ਨਗਾਰਿਆ, ਇਹਨਾਂ ਬੰਦਿਆਂ ਨੂੰ ਸਾਨੂੰ ਸਨਮਾਨਿਤ ਕਰਨਾ ਚਾਹੀਦਾ। ਦੇਖ ਕੇ ਸੁਣ ਕੇ ਦਿਲ ਖੁਸ਼ ਹੋ ਜਾਂਦਾ, ਦਾਗੋ ਦਾਗ ਹੋ ਜਾਂਦਾ ਤੁਹਾਡਾ ਪ੍ਰੋਗਰਾਮ ਸੁਣ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਲ ਸਾਹਿਬ ਜੀਂਦੇ ਰਹੋ। ਧੰਨਵਾਦ ਜੀ, ਧੰਨਵਾਦ। ਗੁਰੂ ਕਿਰਪਾ ਰੱਖਣ ਜੀ। ਉਹਦਾ ਬਾਈ ਜੀ ਜਸਵੀਰ ਸਿੰਘ ਜਿਹੜੇ ਬੋਲ ਕੇ ਗਏ ਨੇ, ਜਦ ਉਹਨਾਂ ਨਾਲ ਮੇਰੀ ਗੱਲ ਹੁੰਦੀ ਆ, ਜਦ ਲਿਖ ਕੇ ਵੀ ਆਊਗਾ, ਉਹ ਕਹਿਣਗੇ ਗੁਰੂ ਸਾਹਿਬ ਤੇ ਤੁਹਾਡੀ ਕੰਡ ਤੇ ਹੱਥ ਰੱਖਣ। ਬਸ ਉਹਦੀ ਹੋਈ ਇਹ ਛਤਰ ਛਾਇਆ
ਬਾਕੀ ਸੱਚ ਬੋਲਣਾ ਤਾਂ ਸਾਡਾ ਧਰਮ ਹੈ, ਕੁਆਲਿਟੀ ਥੋੜ੍ਹਾ ਹੈ। ਹਰ ਇੱਕ ਇਨਸਾਨ ਦਾ ਇੱਕ ਧਰਮ ਹੈ, ਸਭ ਤੋਂ ਉੱਤਮ ਧਰਮ ਹੈ ਵੀ ਸੱਚ ਬੋਲੋ। ਮੇਰੀ ਕੁਆਲਿਟੀ ਥੋੜ੍ਹਾ, ਮੈਂ ਰਿਸ਼ਵਤ ਨਹੀਂ ਲੈਂਦਾ, ਕੁਆਲਿਟੀ ਥੋੜ੍ਹਾ, ਰਿਸ਼ਵਤ ਲੈਣੀ ਓ ਨਹੀਂ ਹੁੰਦੀ, ਸੱਚ ਬੋਲਣਾ ਹੀ ਹੁੰਦਾ, ਠੱਗੀ ਕਰਨੀ ਓ ਨਹੀਂ ਹੁੰਦੀ। ਇਹ ਕਰੈਕਟਰ ਨੇ, ਕੁਆਲਿਟੀ ਨਹੀਂ ਹੈ। ਇਹ ਸਾਰਿਆਂ ਨੂੰ ਚਾਹੀਦੀ ਹੈ ਗੱਲ ਕਰਨੀ। ਅੱਜ ਸਵੇਰੇ ਕੋਈ ਕੌਸ਼ਲ ਸਾਹਿਬ ਦੇ ਪ੍ਰੋਗਰਾਮ 'ਚ ਬੋਲਣ ਲੱਗੇ ਸੀ ਭੱਦਰ ਪੁਰਸ਼, ਮੈਂ ਐਨਡੀਪੀ ਦੇ ਹੱਕ 'ਚ ਬੋਲਦਾ। ਐਨਡੀਪੀ ਦੇ ਮੈਂ ਹੱਕ 'ਚ? ਐਨਡੀਪੀ ਵਾਲਿਆਂ ਨੇ ਉੱਪਰ ਵਾਲਿਆਂ ਨੂੰ, ਆਟਵਾ ਵਾਲਿਆਂ ਨਾਲ ਗੱਲ ਕਰਕੇ ਦੇਖੋ ਮੇਰੇ ਬਾਰੇ ਸੋਚਦੇ ਕੀ ਨੇ। ਜੇ ਮੈਂ ਜਸਟਿਨ ਟਰੂਡੋ ਦੀ ਜ਼ਿੰਮੇਵਾਰੀ ਦੀ ਗੱਲ ਕਰਦਾ, ਮੈਂ ਜਗਮੀਤ ਸਿੰਘ ਉਹਨਾਂ ਦੀ ਵੀ ਜਦੇ ਕਰਦਾ। ਇਹ ਨਹੀਂ ਹੈ ਕੋਈ ਪਾਰਟੀ ਪੂਰਟੀਆਂ ਵਾਲੀ ਗੱਲ ਸੀ। ਇਲੈਕਸ਼ਨ ਹੋ ਗਈ, ਗੱਲ ਨਿਬੜ ਗਈ, ਜਦ ਹੋਊਗੀ ਫੇਰ ਵੇਖਾਂਗੇ। ਕੋਈ ਪਾਰਟੀ ਪੂਰਟੀ ਵਾਲੇ ਹੱਕ 'ਚ ਕਹਾਣੀ ਨਹੀਂ ਹੈ। ਆ ਲੋਕਲ ਵਾਲਿਆਂ ਨੂੰ ਪੁੱਛ ਲਓ, ਵਿਕਟੋਰੀਆ ਵਾਲਿਆਂ ਨੂੰ ਕਿੰਨੇ ਖੁਸ਼ ਨੇ ਮੇਰੇ ਤੋਂ। ਪਰ ਗੱਲ ਸਹੀ ਹੋਣੀ ਚਾਹੀਦੀ। ਹੁਣ ਆਪਾਂ ਗੱਲਬਾਤ ਸ਼ੁਰੂ ਕਰਨੀ ਹੈ ਇੰਡੀਜਨਸ ਲੋਕਾਂ ਦੇ ਬਾਰੇ। ਇੰਡੀਜਨਸ ਲੋਕਾਂ ਦੀ ਜਾਣਕਾਰੀ ਤੁਹਾਨੂੰ ਮੈਂ ਪਿਛਲੇ ਵੀਰਵਾਰ ਤੋਂ ਸ਼ੁਰੂ ਕੀਤੀ ਹੈ। ਅੱਜ ਮੈਂ ਚੀਫ ਬਿਲ ਵਿਲਸਨ ਨਾਲ ਗੱਲਬਾਤ ਕਰਨੀ ਹੈ। ਚੀਫ ਜਿਹੜੇ ਬਿਲ ਵਿਲਸਨ ਨੇ, ਇਹ ਚੀਫ ਵਿਲਸਨ ਜਿਹੜੇ ਨੇ ਯੂਡੀ ਵਿਲਸਨ ਰੇਬੋਲ ਦੇ ਸਤਿਕਾਰਯੋਗ ਪਿਤਾ ਜੀ ਨੇ, ਤੇ 1944 ਦਾ ਉਹਨਾਂ ਦਾ ਜਨਮ ਹੈ, 77 ਵਰ੍ਹਿਆਂ ਦੇ ਨੇ। ਤੇ ਉਹਨਾਂ ਦਾ ਬਹੁਤ ਵੱਡਾ ਨਾਮ ਹੈ ਜਿਹੜਾ ਵੈਸਟਰਨ ਜਿਹੜੀ ਇਹ ਏਰੀਏ ਦੇ ਵਿੱਚ, ਜਿਨ੍ਹਾਂ ਨੂੰ ਖਾਸ ਤੌਰ 'ਤੇ ਇਸ ਏਰੀਏ ਨੂੰ ਨਾਰਥ ਵੈਸਟ ਕੋਸਟਲ ਪੀਪਲ ਕਿਹਾ ਜਾਂਦਾ ਹੈ। ਇੱਥੇ ਉਹਨਾਂ ਦਾ ਸਤਿਕਾਰ ਬਹੁਤ ਹੈ। ਦੋ ਉਹਨਾਂ ਦੀਆਂ ਧੀਆਂ ਨੇ, ਯੂਡੀ ਤੇ ਕੋਰੀ ਦੋਨੇ ਹੀ ਪੜ੍ਹੀਆਂ। ਆਪ ਇਹਨਾਂ ਨੇ ਪੜ੍ਹਾਈ ਕੀਤੀ 1970 ਯੂਨੀਵਰਸਿਟੀ ਆਫ ਵਿਕਟੋਰੀਆ ਤੋਂ, ਫਿਰ ਲਾਅ ਕੀਤਾ UBC ਦੇ ਵਿੱਚ 1973 ਦੇ ਵਿੱਚ, ਤੇ 73 ਦੇ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਇੰਡੀਜਨਸ ਲੋਕਾਂ ਦੇ ਲਈ ਬਹੁਤ ਲੰਮੀ ਲੜਾਈ ਲੜੀ ਹੈ। ਉਹਨਾਂ ਨਾਲ ਅੱਜ ਗੱਲਬਾਤ ਕਰਾਂਗੇ ਕਿ ਸਿਸਟਮ ਕੀ ਹੈ, ਕਿਵੇਂ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਅਨਮਾਰਕਡ ਗ੍ਰੇਵਜ਼ ਇਹ ਮਿਲ ਰਹੀਆਂ ਨੇ। ਹੁਣੇ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਇਆ ਜੀ PND ਲੇਬਰ ਕੰਟਰੈਕਟਰ ਵਾਲਿਆਂ ਨੇ। 778 255 30 73 604 217 6307। ਐਬਸਫੋਰਡ ਦੇ ਵਿੱਚ ਫੂਡ ਪੈਕੇਜਿੰਗ ਲਈ ਵਰਕਰਾਂ ਦੀ ਲੋੜ ਹੈ। ਸਰੀ ਮਿਸ਼ਨ ਤੇ ਐਬਸਫੋਰਡ ਦੇ ਵਿੱਚ ਤੋਂ ਰਾਈਡ ਦਾ ਵੀ ਪ੍ਰਬੰਧ ਹੈ। ਓਪਨ ਜਿਹੜਾ ਵਰਕ ਪਰਮਿਟ ਤੁਸੀਂ ਲੈ ਸਕਦੇ ਹੋ। ਓਪਨ ਵਰਕ ਪਰਮਿਟ ਵਾਲੇ ਸਟੂਡੈਂਟ PR ਅਪਲਾਈ ਕਰ ਸਕਦੇ ਨੇ। 778 255 30 73 778 255 3073 604 217 6307। ਗ੍ਰੈਂਡ ਔਨ ਕਿੰਗ ਜਾਰਜ ਐਲਿਓਰ ਵੈਂਚਰ ਵੱਲੋਂ thegrandkg.com 778 730 1000 ਨੰਬਰ ਹੈ। ਇੱਕ ਹਾਈ ਰਾਈਜ਼ ਜਿਹੜੀ ਕੰਕਰੀਟ ਹਾਈ ਰਾਈਜ਼, ਓਬਵੀਅਸਲੀ ਹਾਈ ਰਾਈਜ਼ ਕੰਕਰੀਟ ਦੀ ਬਣਦੀ ਹੈ, ਉਹ ਬਣ ਰਹੀ ਹੈ, ਬਣਨੀ ਹੈ, ਅਤੇ 2023 'ਚ ਉਹ ਤਿਆਰ ਹੋਣੀ ਹੈ। ਪਰ ਉਹਦੇ ਪ੍ਰੀ ਸੈੱਲ ਜਿਹੜੀ ਸ਼ੁਰੂ ਹੋਏਗੀ ਅਗਲੇ ਮਹੀਨੇ। 23,000 ਸਕੁਅਰ ਫੁੱਟ ਦੀ ਇਨਡੋਰ ਅਤੇ ਆਊਟਡੋਰ ਐਮਿਨਿਟੀ ਹੈ। 5 ਫਲੋਰ ਥੱਲੇ ਜਿਹੜੇ ਨੇ ਉਹ ਕਮਰਸ਼ੀਅਲ ਨੇ, ਅਤੇ 1 ਬੈਡਰੂਮ 2 ਬੈਡਰੂਮ 1 ਡੈਨ ਅਤੇ 2 ਬੈਡਰੂਮ ਡੈਨ ਜਿਹੜੇ ਨੇ ਉਹ ਇੱਥੇ ਘਰ ਨੇ। ਬਹੁਤ ਪੈਨਾਰੋਮਿਕ ਵਧੀਆ ਵਿਊ ਹੈ। ਅਤੇ ਗ੍ਰੈਂਡ ਔਨ ਕਿੰਗ ਜਾਰਜ 778 730 1000। ਅਤੇ ਗ੍ਰੇਟ ਕੈਨੇਡੀਅਨ ਆਇਲ ਚੇਂਜ 604 590 2580 64 ਤੇ ਕਿੰਗ ਜਾਰਜ 'ਤੇ ਇਹ ਵਿਲਵੋ ਲਾਈਨ ਦਾ ਪ੍ਰੀਮੀਅਮ ਆਇਲ ਚੇਂਜ ਬਦਲਦੇ ਨੇ। ਲਿਊ ਫਿਲਟਰ ਇੰਸਪੈਕਸ਼ਨ ਸਾਰੀ ਕਰਦੇ ਨੇ। 6480 ਕਿੰਗ ਜਾਰਜ ਬੁਲੇਵਾਰਡ 604 590 2580। ਗ੍ਰੀਨ ਟੈਕ ਫਰਟੀਲਾਈਜ਼ਰ ਸਰ ਸੁੱਚਾ ਸਿੰਘ ਥਿੰਦ ਦੀ ਇਹ ਖਾਦ ਬਣਾਉਣ ਵਾਲਾ ਕਾਰਖਾਨਾ, ਜਿਹਦੇ ਵਿੱਚ ਹਰ ਕਿਸਮ ਦਾ ਖਾਦ ਬਣਾਇਆ ਜਾਂਦਾ। ਜਿਹੜਾ ਸੁੱਕਾ ਖਾਦ ਹੈ, ਰੌੜੀਆਂ ਵਾਲਾ ਗ੍ਰੈਨੂਲਰ ਹੈ, ਪਾਣੀ 'ਚ ਘੁਲਿਆ ਹੋ, ਜਿਹੜਾ ਪਾਣੀ 'ਚ ਘੁਲ ਸਕਦਾ ਹੋਏ, ਜਾਂ ਤਰਲ ਵੀ, ਜਿਹੜਾ ਲਿਕੁਇਡ ਫਰਟੀਲਾਈਜ਼ਰ ਵੀ ਆ ਉਹ ਵੀ, ਅਤੇ ਪੈਸਟੀਸਾਈਡਸ 604 230 87 76। ਗ੍ਰੀਨ ਟੈਕ ਫਰਟੀਲਾਈਜ਼ਰ ਸਰ ਸੁੱਚਾ ਸਿੰਘ ਥਿੰਦ। ਹੁਣ ਮੇਰੇ ਨਾਲ ਚੀਫ ਬਿਲ ਵਿਲਸਨ ਗੱਲਬਾਤ ਕਰਨਗੇ, ਜਿਹੜੇ ਇੰਡੀਜਨਸ ਲੋਕਾਂ ਦੇ ਲਈ ਬਹੁਤ ਕੰਮ ਕਰ ਰਹੇ ਨੇ, ਚਿਰਾਂ ਦੇ ਕੰਮ ਕਰ ਰਹੇ ਨੇ। ਅਤੇ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ, ਯੂਡੀ ਵਿਲਸਨ ਰੇਬੋਲਡ ਅਤੇ ਕੋਰੀ ਵਿਲਸਨ ਦੇ ਉਹ ਸਤਿਕਾਰਯੋਗ ਪਿਤਾ ਜੀ ਨੇ। ਕੋਰੀ ਵਿਲਸਨ BCIT ਦੇ ਵਿੱਚ ਡਾਇਰੈਕਟਰ ਦੇ ਤੌਰ 'ਤੇ ਕੰਮ ਕਰਦੀ ਹੈ। ਯੂਡੀ ਵਿਲਸਨ ਨੇ ਜਿਹੜਾ ਇੱਕ ਬਹੁਤ ਵੱਡਾ ਛੜੱਪਾ ਮਾਰਿਆ ਜਦੋਂ ਇੰਡੀਪੈਂਡੈਂਟ MP ਜਿੱਤੀ, ਸੱਚ 'ਤੇ ਰਹੀ। ਸੋ ਹੁਣ ਚੀਫ ਵਿਲਸਨ ਨਾਲ ਗੱਲਬਾਤ ਆਪਾਂ ਕਰਦੇ ਹਾਂ। ਚੀਫ, ਗੁੱਡ ਮਾਰਨਿੰਗ। Good morning, sir. Thank you so much for sparing some time for us. And first of all, how is your health? Are you doing okay? My health is fine for a 77-year-old.
And as I said to you earlier, I think I contributed to the fact that I ate decent food all of my life. Yeah, especially salmon, which sadly is now being taken away from us. We're not much wild salmon around anymore. About your nation, you're based in on island, and can you tell us about your family and the group in Hedda area or on island? Well, I was born and raised in Comox, Yes. but my father was from Cape Mudge. My mother was from Guilford Island. She's a Muskama, which is close to being the same tribe. We speak the same language, but Cape Mudge, of course, is here near Campbell River, where I'm living now, and Guilford Island, Kinkham Inlet, is up 150 miles north of here. So I grew up in Comox because my father owned fish boats, and he needed a shelter to harbor. So I grew up in the Comox elementary school system and went to high school in Courtenay, and then went on to university in 1962. Yes. Okay, Chief. The reason we are talking today, since we got 215 the kids who were, we got remains of them. Our community got so much involved in it, and we just went there 3 weeks ago on the bikes and on the motorcycle, my group and all our community, and we pay our respect, homage, and all indigenous people were there. It was so warming, and when we entered there were very different vibration there, and we felt so good on that we are sitting with the same people, very much same. We are all human beings, but the pain we got when this carnage or sort of any mass graves and killings got in our mind, then we just retreat our histories in 1947 and all these years in Punjab when we got partition. So those wounds are still, they are not healed. And today we got again news that in Saskatoon there was unmarked graves. Can you tell us on that residential school, Scoop 60s, when this was planned genocide, how it happened to indigenous people? Well, you've got to remember that indigenous people in the province of British Columbia weren't citizens until 1948, and we were not citizens of the country until 1960. Neither were your people, and we can remember the Kamagadamaroo and all the other incidents of racism, not only against your people, but our people, the Chinese people, the Japanese people. Canada has been based on racism, and the reality is that Aboriginal people, my father, for example, who was a very wealthy entrepreneur, full-blooded Indian, owned seine boats, trucking companies, and logging companies. He died in 1959 before he was a citizen of this country. So my father was never a citizen of Canada. And all of the problems that exist today exist for many reasons, but one of the major reasons is the government under the Indian Act, and the second reason is the influence of the churches trying to make us something that we aren't. And when we talk about the Indian Act and the reserves, what is in that act, in Indian Act, what they wanted to do in that act? Is that for the welfare of indigenous people, or there's something hidden agenda in that act? Well, the reality is that, and they stated fairly clearly, was that the reserve system was set up for Indian people to die on. They had no desire whatsoever to promote the health of Aboriginal people, and the constitutional responsibility of Canada under 9124 was for Indians and lands reserved for the Indians. But Duncan Campbell Scott and MacDonald and various other federal politicians said that we will either integrate them or force them to
to be like us, or else they will die out. So the Indian problem will disappear. And that has been the policy and remains the policy today. And I notice, that the stupidity that seems to be inherent in the Department of Indian Affairs expresses itself through Carol Bennett, who took the time to make sure that she could discriminate against my daughter, Jody Wilson-Raybould. Yes. And treat her like she's some kind of inferior individual. Yes. That has been the attitude of the Department of Indian Affairs and society in general, not just to my people, but to your people as well. Yes. Chief, we had very good taste of this leadership betrayal. I'm thinking also in your the chiefs and assembly of chiefs and people who are sitting in Ottawa from your community, from indigenous or aboriginal chiefs, are they fighting for you guys or they are pro-government? Well, it would seem that they've been bought and paid for. The sad reality is because of the influence of the churches and of the Department of Indian Affairs and the funding arrangement, the fact that Aboriginal people can't, for example, even own their own homes on Indian reserves, and that every attempt that Aboriginal people have made to be entrepreneurs, to be successful, to get on with making a living has required them to move away from reserves, which my father did fairly successfully, but thanks to my mom, we retained our Indian culture and status. The reality is the Department of Indian Affairs has been constituted to protect the land resources for the non-Indian people and force the Indian people off it, with the result now that we have situations where Aboriginal people still exist below the poverty level. The average income on Indian reserves is less than $5,000 a year. And we are suffering with poverty, drugs, alcohol abuse, and all of the other things. And now we're realizing, as you and other informed people are realizing, that this was a deliberate policy, one, to kill the Indians, period. If you couldn't kill them physically, you had to kill them spiritually. And now we're seeing the skeletons being exhumed, of the deaths that were perpetrated in the name of some foreign religion. Chief, when I started to dig out and I announced on my show that I'm going to do few series on indigenous people to give information to my community in my language, in Punjabi. Then I started to dig it out, the numerous hours I put on that. And it's history of 12,000 years, 120 centuries. The guy, you guys came here. I think only if I get the base of all this genocide and removed from your own land, put in the reserves, Indian Acts, and your own land turns to Crown land, which is not. They don't own this land. This land is owned by indigenous people. Everything comes to one point that you are a great host. You allowed all the invaders from France, from England, hey, come and sit with us, and started trading. After that, they brought this all. Well, when I was a young Indian leader, I sat in Victoria to a group of Aboriginal lawyers, or white lawyers practicing Aboriginal law, and a whole pile of senior management bureaucrats, that the hospitality of our people was what did us in. And I stated that the white people that came were nothing but a bunch of dirty, smelly white people on boats, and had we known what they were going to do, we probably should have killed them all. Well, that got me impeached from that job, and a number of other jobs got me blacklisted, and I have no problem with it because I believe exactly as you stated. Had we not been so hospitable, we could have delayed the settlement of the province of British Columbia by 200 years and resolved it on better terms. As it is, we're beggars in our own land, confined to Indian reserves, and we're still not full citizens. For example, if I died tomorrow,
my will would have to be testated through the Department of Indian Affairs, unless I would go out and register it individually. I still don't have that right even to my own will. And when I going through your history, then your own people canoeing, all these invaders, Captain Vancouver, and they took all in your canoes to the Nootka Sound and in the area of Inside Passage. They went there, they took them, they navigate everything. Once they are there, they took for over. the Indian people in North America, Central America, and South America, but particularly here in Canada. Yes. The non-Indian people that came here from Europe, and you've got to remember, they didn't come here as knights in shining armor. They came here as beggars from their own land who had been thrown out of their own territory, and they came and they found a pristine country that welcomed them with open arms and in which they thrived. But they could never have existed here without the individual guidance of Aboriginal people, showing them what to eat, showing what not to eat, how to kill game, how to catch fish, and more importantly, in many cases, simply navigate the rivers so that they could explore. Chief, let us get to bottom of this issue now. You are one of 100,000 who born to a good family, went to University of Victoria, went to UBC. Then you gave education to your both daughters, and they are shining. Judy put a special place in politics when she left those reputed so-called established party and ran as a independent and won it again. That's the precedent, she said, and I admire her a lot. Okay, let us get to now bottom of it. You are one of 100,000. So what do you think for your future? The people living, if people don't know, they see the reserve in Vancouver and Tawasin and Surrey area. If you go to interior BC on your islands, then the situation is very drastic there. Now good food, and people are in drugs and alcohol and so many things, so many problems are there. So how you will sort it out with few people? Well, we have to, not just we as Aboriginal people, but we as people of this country have to come to a better relationship with the land and the resources. Otherwise, we are going to pollute ourselves to death, as the people did in Europe and in other countries. Yes. We need to come to a reconciliation, not necessarily with each other, but with Mother Nature. Yes. We need to protect the salmon, the wild salmon stocks. Without them, our people would not exist. We need to protect the forest. Yes. We need, more importantly, protect a relationship based on human respect and dignity for all the citizens, and we don't have that now. We need to get rid of the Indian Act. We need to get rid of the influence of the churches on our people. We need to make sure that we have a relationship that's based on mutual respect and dignity for all people. Without that, we will simply be continuing to be beggars on our own land. And the health and welfare issues, the alcohol and drugs, and all the powerlessness that Aboriginal people have will continue to exist. And we'll have puppet politicians like Perry Bellegarde and other people at the provincial and national levels suckling for more dollars, beggars in their own land. Yeah, that's very unfortunate. That's what I wanted to bring it in the shine, that we know that taste in Punjab where our politicians, then they betrayed us, big numbers, and that's why we left our country and living here from last 100 years. No one wants to leave their native land. That you're happy here, but still, when the bad policies, when the invaders got in your land and your leaders are puppet, then these things are very common. And number two, Chief, I wanted to know about this. When these invaders started, the Columbus came in 15 centuries last, then Cartier came, and all these started to get in the Atlantic. In this area, who invaded first in which era? The Captain Vancouver, or before that, someone came in this area? Actually, the Spanish were the first people to come here.
long before the English came, and they had actually established a fairly decent, harmonious relationship based on trade. Okay. But then the European wars between Spain and France and England, spilled over into this territory, and they started to fight over access to fur pelts and other things like that. So the diseases of the Europeans, not only smallpox and the common cold and the other things that infected them, but the avarice and the greed ended up infecting us as well. I mean, we became traders with the Spanish or with the Chinese or with the English or with the French, and we were with the help of the churches. They were the first invaders. I mean, the churches infiltrated our cultures and adulterated our cultures. They brought us the Bible, we were left with the Bible, and they took the land. I mean, the reality is that the intrusion of the churches and government upon our culture now has almost destroyed us. There are very, very few Indians around anymore. Many of us, including perhaps myself, are copies of non-Indian culture. Okay, that is some nature also plays role. It's not very organic anywhere in the world. We all transferred, and transition is going on every day, and still we have to get to our roots. Okay, lastly, I wanted to get your light on this residential school system. The remains and unmarked graves, it will be everywhere, Chief. What do you think on anywhere the residential school is, there is a carnage? There will be thousands and thousands of more graves uncovered. There are 139 residential school sites, and you're bound to find 100 or 200 at each site. And the thing that really bothers me about this is that this strutting little peacock, Pierre Elliott Trudeau's son, is sitting on his hands doing absolutely nothing, when in fact they should be commanding that the reserves be researched for all of this. Everybody should be found out who was complicit in this. That means all the teachers, all the nuns, all the priests, all the bishops, all the people that did this to my people. Yes. And there should be a list of all the Aboriginal people that have perished. Let's get to the bottom of this. Let's uncover this ugly skeleton that exists, sadly, barely beneath the ground any longer. The reality is it's damn near time that Trudeau and Carolyn Bennett and Miller and other of them stopped playing games with Aboriginal people and got on with dealing with the reality that there has been a genocide taking place and continues to be covered up. As a senior citizen in 77 years age and fought for our own people all your life, and these new things are coming every day. Do you see light at the end of tunnel? I certainly do, provided people like yourself and other members of the general public, and I congratulate you and your people for going to see the site on your motorbikes and doing what else you did. You see, for the first time in my 64 years of political involvement, I see white people, non-Indian people, realizing that, yes, the truth that the Indian people have been telling us has finally been proven. We can't deny it any longer. But now that we're realizing that we need to do something about it, we need to get rid of the Department of Indian Affairs. Yes. We need to get rid of the influence, the non-Indian influence upon people, and allow Aboriginal people to be themselves. You see, I will always be an Aboriginal person because I sprang from strong Aboriginal people. Yes. But the reality is that if our children are alienated from the land and the resources, the culture and the language, just as your children might be, you won't be who you are originally. Yes. We need to be Indians forever, and that's the only way we're going to survive in this country, dependent upon the renewable natural resources that we have shared. Okay.
Chief, I'm doing this series every Thursday, and I will check every Wednesday evening. If you can spare some time, 10-15 minutes every Thursday, we will share your great history, and I will put my little bit input in it. I'll going through your all the books and spending every evening 1 or 2 hours. And I wanted to bring this in light. I wanted to give information to my community, as they know that it is the country belongs to Aboriginal people. They are the owner of this country. So that's what I wanted to do, and from my side, that's the homage, that's the respect I'm giving to you, your community. In fact, we are in your country here. So I will check you every Wednesday evening. If you are available any Thursday, we will share again 15-20 minutes. Thank you much. Thank you very much. I certainly will be available, and I think one of the things you should do, if you haven't already done it, is read my wife Bev Sellers' books. They Call Me Number One. It's about the residential schools, and also Price Paid. It's about what she sees as a contribution of Aboriginal people to the country, and what she sees down the road as the future of our relationship to each other. And I'd be more than willing to share my knowledge with you and information with you, because I know, even though we're different, we come from probably the same place of discrimination and suffering, and maybe we can find the way out of it. I hope we can ride to the Campbell River with my group this summer, and if we can do so, we will come and greet you and visit you personally. Thank you again. You're more than welcome. I look forward to seeing you. Thank you, Chief. Thank you so much. Very best wishes. Okay, bye. Bye-bye. ਕਹਿੰਦਾ ਇਹ ਸਿਰਾ ਨਾ ਸਿਰਾ ਹੈ ਇਸ ਹਨੇਰ ਦਾ, ਨਾ ਪਤਾ ਹੈ ਕੋਈ ਸਵੇਰ ਦਾ। ਮੇਤੋਂ ਪੁੱਛ ਨਾ ਹਾਲ ਪੰਜਾਬ ਦਾ, ਇਹ ਸਫਾ ਹੈ ਸੁਰਖ ਕਿਤਾਬ ਦਾ। ਇਹਨੂੰ ਲਿਖਣ ਵਾਲੇ ਦੇ ਪੋਟਿਆਂ 'ਚ ਕਲਮ ਦੀ ਨੋਕ ਉੱਭਰ ਗਈ। ਇਹ ਨੇ ਦੁੱਖ ਮਿੱਤਰਾ, ਛੇੜੇਗਾ ਕਿਹਨੂੰ? ਇਹ ਦੇਸ਼ਾਂ ਦੇ ਮਾਲਕ ਨੇ ਜਿਹੜੇ ਕਹਿੰਦੇ ਭਿਖਾਰੀ ਬਣਾਤੇ ਅਸੀਂ। ਨਾ ਜਾਈ ਬਰਮਾ ਨੂੰ ਲੇਖ ਜਾਣਗੇ ਨਾਲੇ। ਡੈਂਟਲ ਪ੍ਰੋਬਲਮਸ ਲਈ ਕੀਤੀ ਢਿੱਲ ਹੋਰ ਸਰੀਰਕ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ, ਸੋ ਆਪਣੀ ਅਤੇ ਆਪਣੇ ਬੱਚਿਆਂ ਦੀ ਡੈਂਟਲ ਨੀਡਸ ਲਈ ਡਿਲੇ ਨਾ ਕਰੋ। ਅੱਜ ਹੀ 84 ਤੇ ਸਕਾਟ ਦੇ ਕਾਰਨਰ ਤੇ ਲਾਈਫਸਟਾਈਲ ਡੈਂਟਲ ਕੇਅਰ ਤੇ ਆਓ। ਛੋਟੇ ਜਬੜੇ ਅਤੇ ਟੇਢੇ ਦੰਦਾਂ ਦਾ ਛੋਟੀ ਉਮਰ ਵਿੱਚ ਕੀਤਾ ਇਲਾਜ ਐਕਸਟ੍ਰੈਕਸ਼ਨਸ ਤੇ ਹੋਰ ਬਿਮਾਰੀਆਂ ਨਾਲ ਜੁੜੇ ਕਈ ਖਰਚਿਆਂ ਤੋਂ ਬਚਾ ਸਕਦਾ ਹੈ। ਅੱਜ ਹੀ ਡਾਕਟਰ ਢਿੱਲੋਂ ਨਾਲ ਅਪਾਇੰਟਮੈਂਟ ਬੁੱਕ ਕਰਾਓ ਅਤੇ ਆਪਣੀ ਅਤੇ ਆਪਣੇ ਬੱਚਿਆਂ ਦੀ ਮੁਸਕਾਨ ਵਾਪਸ ਲਿਆਓ। Treatment through orthopedic expansion, Invisalign and bracket wires available. ਕਾਲ ਕਰੋ 6045968712 ਤੇ 6045968712 ਤੇ। ਲਾਈਫਸਟਾਈਲ ਡੈਂਟਲ ਕੇਅਰ। ਸੁਖੀ ਬਾਤ ਮੋਟਰਸ ਤੇ ਹੁਣ ਸ਼ੁਰੂ ਹੋ ਗਿਆ ਹੈ ਸਟੈਪ ਇਨਟੂ ਸਮਰ ਸੇਲਸ ਇਵੈਂਟ। 6 ਮਹੀਨੇ ਤੱਕ ਕੁਝ ਪੇ ਕਰਨ ਦੀ ਜ਼ਰੂਰਤ ਨਹੀਂ। ਇੰਟਰਸਟ ਰੇਟਸ as low as 1.9% ਅਤੇ $20,000 ਤੱਕ ਦੇ ਕੈਸ਼ਬੈਕਸ। Some conditions apply. BC ਦੀ ਸਭ ਤੋਂ ਵੱਡੀ in-house financing dealership with over $9 million in inventory. ਸੁਖੀ ਬਾਤ ਮੋਟਰਸ। In business from over 42 years. Call 604-580-1000 or visit 15437 Fraser Highway, Surrey. SukhiBaatMotors.com। ਉਹ ਬਾਈ ਇੰਨੀ ਠੰਡੀ ਹਵਾ, ਨਾਲੇ ਇੰਨੇ ਚਿਰ ਤੋਂ ਤੇਰੇ ਟਰੱਕ ਦਾ ਏਸੀ ਖਰਾਬ ਸੀ। ਮੈਂ ਤਾਂ ਉਮੀਦ ਛੱਡਦੀ ਸੀ। ਸਾਰੇ ਮਕੈਨਿਕਾਂ ਕੋਲ ਦਿਖਾ ਕੇ ਇੱਕ ਦਿਨ ਨਿਊ ਮਿਲੇਨੀਅਮ ਟਾਇਰ ਸਰੀ ਦੇ ਗੁਰਜੀਤ ਮੰਗੜ ਕੋਲ ਗਿਆ ਤੇ ਵੇਖਿਆ ਫਿਰ ਆਉਂਦਾ ਹੈ ਨਜ਼ਾਰਾ। The New Millennium Tire Center। ਇੱਥੋਂ ਤੁਸੀਂ ਵਾਜਿਬ ਕੀਮਤਾਂ ਦੇ ਟਾਇਰ ਵੀ ਲੈ ਸਕਦੇ ਹੋ ਤੇ ਆਪਣਾ ਏਸੀ ਵੀ ਰਿਪੇਅਰ ਕਰਾ ਸਕਦੇ ਹੋ। ਹਰ ਤਰ੍ਹਾਂ ਦੇ ਟਰੱਕਸ ਦੀ ਏਸੀ ਪਾਈਪ ਸੇ ਆਪ ਤਿਆਰ ਕਰਦੇ ਹਨ। ਪਹੁੰਚੋ 12085103A ਐਵੇਨਿਊ ਸਰੀ ਜਾਂ ਕਾਲ ਕਰੋ ਗੁਰਜੀਤ ਮੰਗੜ ਨੂੰ 604588 ਤੇ 6045886110। The New Millennium Tire Center। ਉਹ ਕੀ ਗੱਲ ਬੜੀ ਉਦਾਸ ਲੱਗ ਰਹੀ ਹੋ? ਕੀ ਦੱਸਾਂ, ICBC ਨੇ ਮੈਲਟ ਪ੍ਰੋਗਰਾਮ ਲਾਂਚ ਕਰਤਾ। ਹੁਣ ਕਲਾਸ 1 ਲਾਇਸੈਂਸ ਲੈਣਾ ਬਹੁਤ ਔਖਾ। ਬਸ ਇੰਨੀ ਕੁ ਗੱਲ। ਉਹ ਤੁਸੀਂ ਟੈਨਸ਼ਨ ਨਾ ਲਵੋ। ਹੁਣ ਸਰਾਭਾ ਟਰਾਂਸਪੋਰਟ ਵਾਲਿਆਂ ਨੇ ਲਾਂਗਲੇ ਵਿੱਚ ਖੋਲਤਾ ਹੈ ਸਰਾਭਾ ਡਰਾਈਵਿੰਗ ਸਕੂਲ। ਤੁਸੀਂ ਅੰਮ੍ਰਿਤ ਗਰੇਵਾਲ ਨੂੰ ਕਾਲ ਕਰੋ ਜੋ ਤੁਹਾਨੂੰ ਪ੍ਰੋਫੈਸ਼ਨਲ ਢੰਗ ਨਾਲ ਅਤੇ ਰੀਜ਼ਨੇਬਲ ਰੇਟਸ ਤੇ ਬਹੁਤ ਹੀ ਘੱਟ ਸਮੇਂ 'ਚ ਟ੍ਰੇਨ ਕਰਨਗੇ। ਅੱਜ ਹੀ ਕਾਲ ਕਰੋ 6046005835 60465835। ਸਰਾਭਾ ਡਰਾਈਵਿੰਗ ਸਕੂਲ ਲੈਂਗਲੀ। ਪੰਜ ਤਾਰਾ ਠੇਕੇ ਉੱਤੇ ਬਹਿ ਕੇ ਤਾਰੇ ਆਣੀ ਤੇਰਾ ਸਾਰਾ ਗੁੱਸਾ ਕਾਕੇ
ਗਾਣੇ ਗਾਏ ਜਾਨਾ ਮੈਂ ਕਿਹਾ ਬਾਰਬੀਕਿਊ ਚਿਕਨ ਕਿੱਥੋਂ ਆਉ ਲੈ ਗਰਚਾ ਮੀਟ ਦਾ ਮੈਰੀਨੇਟਡ ਚਿਕਨ ਬੜਾ ਕਮਾਲ ਜਿਵੇਂ ਅੰਬਰਾਂ ਚ ਤਾਰਿਆਂ ਦਾ ਹਿਸਾਬ ਨਹੀਂ ਉਦਾਂ ਹੀ ਗਰਚਾ ਮੀਟ ਦੇ ਮੈਰੀਨੇਟਡ ਚਿਕਨ ਦੀ ਵੈਰਾਈਟੀ ਦਾ ਜਵਾਬ ਨਹੀਂ ਤੰਦੂਰੀ ਕਸ਼ਮੀਰੀ ਲਾਈ ਲੈਮਨ ਜਾਂ पेरी पेरी हर तरीके दी मैरिनेशन है टेस्टी वेरी गरचा मीट तो वेजिटेरियन ऑप्शंस भी नाल ले आओ कनाडा वाइड 16 ब्रांचेस लॉग ऑन टू garchamietshop.com गरचा मीट ले आओ खुशियां मनाओ ਫੈਮਿਲੀ ਕੇਅਰ ਫਾਰਮੇਸੀ ਪੂਰੇ BC ਵਿੱਚ ਹੋਮਿਓਪੈਥਿਕ ਪ੍ਰੋਡਕਟਸ ਵਿੱਚ ਨੰਬਰ 1 ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨਸ ਸਪਲੀਮੈਂਟਸ ਹਰਬਲ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਤੇ ਆਸਟਰੀ ਪ੍ਰੋਡਕਟਸ ਵੀ ਲੈ ਸਕਦੇ ਹੋ ਹੁਣ ਮੋਬਿਲਿਟੀ ਏਡਸ ਰੈਂਟ ਜਾਂ ਬਾਈ ਵੀ ਕਰ ਸਕਦੇ ਹੋ ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ 3 ਲੋਕੇਸ਼ਨਸ ਟੂ ਸਰਵ ਯੂ 8925 ਸਕਾਟ ਰੋਡ ਡੈਲਟਾ 1539 ਜੌਨਸਟਨ ਰੋਡ ਵਾਈਟ ਰੌਕ ਅਤੇ 12815 96 ਐਵਨਿਊ ਸਰੀ Call Kiran at 604-581-1900. This news was sponsored by Think Insurance. For guaranteed best prices on Super Visa and mortgage insurance, call Parminder Singh Thind at 604-828-7213. ਜੇਕਰ ਤੁਸੀਂ ਇੰਸ਼ੋਰੈਂਸ ਨੂੰ ਲੈ ਕੇ ਸੋਚ ਵਿੱਚ ਹੋ ਤਾਂ ਸਟਾਪ ਥਿੰਕਿੰਗ ਐਂਡ ਟਰਸਟ ਥਿੰਕ ਇੰਸ਼ੋਰੈਂਸ ਦੇ ਪਰਮਿੰਦਰ ਸਿੰਘ ਥਿੰਦ ਕ੍ਰਿਟੀਕਲ ਇਲਨੈਸ ਲਾਈਫ ਡਿਸੇਬਿਲਿਟੀ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ RESP ਬਾਰੇ ਸਹੀ ਅਤੇ ਇਮਾਨਦਾਰ ਸਲਾਹ ਦਿੰਦੇ ਹਨ ਹੁਣ ਤੁਸੀਂ ਥਿੰਕ ਇੰਸ਼ੋਰੈਂਸ ਦੀਆਂ ਆਨਲਾਈਨ ਇੰਸ਼ੋਰੈਂਸ ਸਰਵਿਸਿਜ਼ ਦਾ ਲਾਭ ਉਠਾ ਸਕਦੇ ਹੋ 24 ਘੰਟੇ 70 ਦਿਨ ਪ੍ਰਾਈਸ ਐਸਟੀਮੇਟ ਚੈੱਕ ਕਰੋ thinkinsurance.ca ਤੇ ਜਾਓ ਅਤੇ ਇਨਸਟੈਂਟ ਆਨਲਾਈਨ ਕੋਟ ਹਾਸਲ ਕਰੋ ਕਾਲ ਪਰਮਿੰਦਰ ਸਿੰਘ ਥਿੰਦ 604-828-7213 6048287213 ਫਰੂਟੀਕੈਨਾ ਵਾਲੇ ਰਾਜਨ ਮੈਂਗੋਜ਼ ਸਿੱਧੇ ਫਾਰਮਸ ਤੋਂ ਤੁਹਾਡੇ ਤੱਕ ਪਹੁੰਚਾਉਂਦੇ ਹਨ ਅੱਜ ਹੀ ਮਸ਼ਹੂਰ ਜੂਸੀ ਅਤੇ ਮਿੱਠੇ ਰਾਜਨ ਮੈਂਗੋਜ਼ ਲੈਣ ਲਈ ਫਰੂਟੀਕੈਨਾ ਤੇ ਆਓ ਇਸ ਹਫਤੇ ਦੇ ਸਪੈਸ਼ਲ ਹਨ 24 ਜੂਨ ਤੋਂ 30 ਜੂਨ ਤੱਕ 4 ਕਿਲੋ ਅਟੈਲਫੋ ਅਤੇ ਹਿਡਨ ਰਾਜਨ ਮੈਂਗੋਜ਼ 10.98 ਦਾ ਬਾਕਸ ਫਰੈਸ਼ ਚੈਰੀਜ਼ 1.98 ਨੂੰ ਪਾਉਂਡ BC ਦੇ ਫਰੈਸ਼ ਟਿੰਡੇ 1.49 ਨੂੰ ਪਾਉਂਡ ਪੀਲੇ ਗੰਡੇ 50 ਪਾਉਂਡ ਦਾ ਬੈਗ 9.98 ਦਾ ਅਤੇ ਰਾਉਂਡ ਜਾਂ ਰੋਮਾ ਟਮਾਟਰ 98 ਸੈਂਟਸ ਨੂੰ ਪਾਉਂਡ ਕੁਕਿਟਲਮ ਵਿੱਚ ਲੋਮਾ ਦੀ ਸਕਸੈਸਫੁਲ ਸੈਲ ਆਊਟ ਤੋਂ ਬਾਅਦ ਹੁਣ ML ਇੰਪੋਰੀਓ ਪ੍ਰਾਪਰਟੀਜ਼ ਸਰੀ ਵਿੱਚ ਲੈ ਕੇ ਆਏ ਹਨ ਪ੍ਰੀਮੀਅਰ ਕਮਿਊਨਿਟੀ ਓਕ ਐਂਡ ਔਨਿਕਸ ਸ਼ਾਨਦਾਰ 1, 2 ਅਤੇ 3 ਬੈਡਰੂਮ ਹੋਮਸ ਦੀ ਸ਼ਾਨਦਾਰ ਕਲੈਕਸ਼ਨ ਜੋ ਵਾਲੀ ਦੇ ਇਵੋਲਵਿੰਗ ਹਬ ਦਾ ਗਹਿਣਾ ਬਣਨ ਜਾ ਰਹੀ ਹੈ ਸ਼ਾਂਤ ਰੈਜ਼ੀਡੈਂਸ਼ੀਅਲ ਨੇਬਰਹੁੱਡ ਦੇ ਨਾਲ ਤੁਹਾਡੀਆਂ ਸਾਰੀਆਂ ਪਸੰਦੀਦਾ ਸਰੀ ਸਿਟੀ ਸੈਂਟਰ ਅਮੈਨਿਟੀਜ਼ ਦੇ ਨਜ਼ਦੀਕ ਆਉਣ ਵਾਲੀ ਸਰੀ ਲੈਂਗਲੀ ਸਕਾਈ ਟ੍ਰੇਨ ਐਕਸਟੈਂਸ਼ਨ ਦੇ 140th ਸਟਰੀਟ ਸਟੇਸ਼ਨ ਤੋਂ ਹੈ ਸਿਰਫ 5 ਮਿੰਟ ਦੀ ਦੂਰੀ ਤੇ ਰਜਿਸਟਰ ਟੁਡੇ at oakonyx.ca or call 604-363-5654. Be the first to own this evolving community before the SkyTrain is built. oakonyx.ca. ਸੁਣੋ ਜੀ ਆ ਜਾਓ ਹੁਣ ਬਾਹਰ ਉਹ ਆ ਗਿਆ ਬਸ 2 ਮਿੰਟ ਇੰਨੀ ਦੇਰ ਹੋ ਗਈ ਹਾਲੇ ਤੁਹਾਡੇ 2 ਮਿੰਟ ਹੀ ਨਹੀਂ ਹੋਏ ਜਦੋਂ ਦਾ ਬਾਥਰੂਮ ਵਿੱਚ 골ਡਨ ਗਲਾਸ ਵਾਲਿਆਂ ਕੋਲੋਂ ਸ਼ੀਸ਼ਾ ਲਗਵਾਇਆ ਇਹਨਾਂ ਦਾ ਤਾਂ ਬਾਥਰੂਮ ਚੋਂ ਬਾਹਰ ਆਉਣ ਦਾ ਦਿਲ ਹੀ ਨਹੀਂ ਕਰਦਾ Golden Glass and Shower Doors Limited. Frameless glass railing, closet organizer, shower door, mirror. हर तरह दे तसल्ली बख्श काम लई मिलो. Unit 105 13033 76th Avenue, Surrey. ਇਹਨਾਂ ਨੂੰ salesperson ਤੇ warehouse workers ਦੀ ਵੀ ਪਾਲ ਹੈ. Call 604 593 5348 604 593 5348. Golden Glass and Shower Doors Limited. ਹਰ ਕਿਸਮ ਦੇ ਕਸਟਮ ਬਲਾਈਂਡਸ ਬਣਵਾਉਣ ਲਈ ਗ੍ਰੇਟ ਬਲਾਈਂਡਸ ਦਾ ਨਾਮ ਯਾਦ ਰੱਖੋ ਇਹ 2 ਇੰਚ ਵਾਲੇ ਫਾਰਵਰਡ ਬਲਾਈਂਡਸ ਜ਼ਿਬਰਾ ਟ੍ਰਿਪਲ ਸ਼ੇਡ ਰੋਲਰਸ ਅਤੇ ਹਨੀਕੌਮ ਬਲਾਈਂਡਸ ਆਪ ਆਪਣੀ ਫੈਕਟਰੀ ਵਿੱਚ ਤਿਆਰ ਕਰਦੇ ਹਨ ਵਾਜਬ ਕੀਮਤਾਂ ਅਤੇ ਬੈਸਟ ਕੁਆਲਿਟੀ ਗ੍ਰੇਟ ਬਲਾਈਂਡਸ ਤੋਂ ਕਿਸੇ ਵੀ ਤਰ੍ਹਾਂ ਦੇ ਬਲਾਈਂਡਸ ਨੂੰ ਮੋਟਰਾਈਜ਼ਡ ਵੀ ਕਰਵਾ ਸਕਦੇ ਹੋ ਅਤੇ ਆਪਣੇ ਫੋਨ ਤੋਂ ਐਕਸੈਸ ਕਰ ਸਕਦੇ ਹੋ ਯੂਨਿਟ 14 134 78 ਐਵਨਿਊ ਸਰੀ ICBC ਦੀ ਬੈਕ ਸਾਈਡ ਤੇ ਕਾਲ 604-503 7007 ਜਾਂ 778 322 2141 ਗ੍ਰੇਟ ਬਲਾਈਂਡਸ ਦ ਨੇਮ ਸੇਜ਼ ਇਟ ਆਲ ਸੜਕਾਂ ਤੇ ਲੱਗਦੇ ਤੜਕਿਆਂ ਦੀ ਟਲ ਕੜਛੀ ਨਾਲ ਖੜਕਿਆਂ ਦੀ ਜੇ ਤੁਹਾਨੂੰ ਵੀ ਯਾਦ ਆਉਂਦੀ ਹੈ ਤਾਂ ਆਪਣੇ ਪਸੰਦੀਦਾ ਸਟਰੀਟ ਫੂਡ ਦਾ ਹੁਣ ਉਹੀ ਇੰਡੀਆ ਵਾਲਾ ਸਵਾਦ ਲੈਣ ਲਈ ਫਰੈਸ਼ ਤੰਦੂਰੀ ਫਲੇਵਰ ਰੈਸਟੋਰੈਂਟ ਦੀ ਓਕਵੇ ਵਾਲੀ ਲੋਕੇਸ਼ਨ ਤੇ ਪਹੁੰਚੋ ਖੋਇਆ ਕੁਲਫੀ ਸਮੋਸੇ ਟਿੱਕੀਆਂ ਗੋਲ ਗੱਪੇ ਚਾਪ ਜਲੇਬੀਆਂ ਫਰੈਸ਼ ਜੂਸ ਲੱਸੀ ਤੇ ਹੋਰ ਸਵਾਦੀ ਸਟਰੀਟ ਫੂਡ ਲਈ ਡਾਈਨਿੰਗ ਕਰੋ ਜਾਂ ਵਧੇਰੇ ਇੰਡੀਅਨ ਫੂਡ ਦੀ ਕੇਟਰਿੰਗ ਲਈ ਕਾਲ ਕਰੋ 250-419-6666 ਤੇ ਜਾਂ ਪਹੁੰਚੋ 1951 ਓਕਵੇ ਐਵਨਿਊ ਵਿਕਟੋਰੀਆ ਫਰੈਸ਼ ਤੰਦੂਰੀ ਫਲੇਵਰਡ ਇੰਡੀਅਨ ਬਿਸਟਰੋ ਓਕਵੇ ਲੋਕੇਸ਼ਨ ਕੀ ਤੁਸੀਂ ਇੱਕ ਅੱਛੇ ਫੋਨ ਤੇ ਵਧੀਆ ਪਲਾਨ ਦੀ ਤਲਾਸ਼ ਵਿੱਚ ਹੋ ਤੇ ਚਾਹੁੰਦੇ ਹੋ ਵਧੀਆ ਫੀਚਰਸ ਉਹ ਵੀ ਘੱਟ ਕੀਮਤ ਤੇ ਤਾਂ ਸਿੱਧਾ ਪਹੁੰਚੋ ਵਾਇਰਲੈਸ ਵਰਲਡ ਸੋਲਿਊਸ਼ਨਸ ਤੁਹਾਨੂੰ ਇੱਕੋ ਜਗ੍ਹਾ ਤੋਂ ਫੋਨਸ ਅਤੇ ਐਕਸੈਸਰੀਜ਼ ਦੀ ਵਧੀਆ ਤੇ ਵੱਡੀ ਸਿਲੈਕਸ਼ਨ ਮਿਲੇਗੀ ਫਾਈਟੋ ਪੇਮੈਂਟ ਪ੍ਰੋਗਰਾਮ ਨਾਲ
starting $0 down ਤੇ data plan starting at $45 per month। ਤੁਹਾਡੇ ਬਜਟ ਦੇ ਹਿਸਾਬ ਨਾਲ wallet friendly plans available ਨੇ। Wireless World Solutions, your exclusive Fido dealer at Khaza Business Center in Surrey and Scottsdale Mall in Delta। So drop on by today, conditions apply। Fido ਚੀਫ ਵਿਲ ਵਿਲਸਨ ਨਾਲ ਤੁਸੀਂ ਗੱਲਬਾਤ ਕੀਤੀ, ਕੋਸ਼ਿਸ਼ ਕਰਿਆ ਕਰਾਂਗੇ ਹਰ ਵੀਰਵਾਰ ਲਿਆਉਣ ਦੀ। ਬੇਸਿਕਲੀ ਉਹਨਾਂ ਨੇ ਜਿਹੜੀ ਗੱਲ ਕੀਤੀ ਤੁਸੀਂ ਸਾਰੇ ਸਮਝਦੇ ਹੀ ਹੋ, ਕੁਛ ਹੋਣਗੇ ਬਜ਼ੁਰਗ ਵੱਡੇ ਜਿਹੜੇ ਬੈਠੇ ਨੇ ਅੰਗਰੇਜ਼ੀ ਨਹੀਂ ਸਮਝ ਹੁੰਦੀ, ਉਹਨਾਂ ਨੇ ਚੀਫ ਨੇ ਇਹੀ ਕਿਹਾ ਵੀ ਅਸੀਂ ਇਸ ਦੇਸ਼ ਦੇ ਮਾਲਕ ਸੀ, ਅਸੀਂ ਭਿਖਾਰੀ ਬਣਾ ਦਿੱਤੇ। ਤੇ ਜਿਹੜਾ ਕੁਛ ਆਪਣੇ ਨਾਲ ਪੰਜਾਬ 'ਚ ਰਾਜਨੀਤਿਕ ਲੀਡਰ ਕਰ ਰਹੇ ਨੇ, ਕਹਿੰਦਾ ਇਸ ਤਰ੍ਹਾਂ ਹੀ ਸਾਡੇ ਨਾਲ ਸਾਡੇ ਲੀਡਰ ਕਰ ਰਹੇ ਨੇ, ਜਿਨ੍ਹਾਂ ਨੂੰ ਬਣਾ ਕੇ ਅਸੀਂ ਆਟੋਵਾ ਭੇਜ ਦਿੰਦੇ ਹਾਂ, ਪਪਟ ਬਣ ਜਾਂਦੇ ਨੇ, ਦੁਮ ਛੱਲੇ ਬਣ ਜਾਂਦੇ ਨੇ ਸਰਕਾਰਾਂ ਦੇ, ਤੇ ਕੱਖ ਨਹੀਂ ਕਰਦੇ। ਉਹ ਕਹਿੰਦਾ ਅਸੀਂ ਰੁਲ ਜਾਵਾਂਗੇ ਅਸੀਂ ਜੇ ਨਾ ਇਹ ਗੱਲਾਂ ਕੀਤੀਆਂ। ਉਹ ਕਹਿੰਦਾ 139 ਰੈਜ਼ੀਡੈਂਸ਼ੀਅਲ ਸਕੂਲ ਨੇ, ਸਾਰਿਆਂ 'ਚ 100 ਜਵਾਕ ਘੱਟੋ ਘੱਟ ਜਿਹੜਾ ਦੱਬਿਆ ਹੋਇਆ, ਘੱਟੋ ਘੱਟ ਤਾਂ 1.25 ਲੱਖ ਦੇ ਕਰੀਬ ਹੋ ਗਏ। 1.25 ਲੱਖ ਕੀ, ਜਦ ਕੋਲੰਬਸ ਆਇਆ 100 ਮਿਲੀਅਨ ਦੇ ਕਰੀਬ ਇਹ ਲੋਕ ਵਸਦੇ ਸੀ, 10 ਕਰੋੜ ਦੇ ਕਰੀਬ। ਉਹਦੇ ਵਿੱਚੋਂ ਜਦ ਫਿਰ 18ਵੀਂ ਸਦੀ ਦੇ ਅਖੀਰ ਦੇ ਵਿੱਚ ਬਿਮਾਰੀ ਆਈ ਇੱਥੇ, ਚੇਚਕ ਤੇ ਖਸਰਾ ਤੇ ਮਾਤਾ, ਆਲਮੋਸਟ ਸਾਰੀ ਕਮਿਊਨਿਟੀ ਮਰ ਗਈ ਸੀ। ਤੇ ਫਿਰ ਇਹਨਾਂ ਦੀ ਜਿਹੜੀ ਇਹਨਾਂ ਨੇ ਆਪਣੀ ਹਿਸਟਰੀ ਸਾਂਭੀ ਹੈ, ਇਹ ਸਾਰੀ ਬਰਵਲ ਹਿਸਟਰੀ ਆ, ਜਿਵੇਂ ਸਾਨੂੰ ਦੱਸਦੇ ਨੇ ਪੜਦਾਦੇ ਦਾਦਿਆਂ ਦੀਆਂ ਗੱਲਾਂ, ਆਪਾਂ ਪਿੰਡਾਂ ਦੀਆਂ ਗੱਲਾਂ, ਪਿਛਲੇ ਪਿੰਡ ਦੀਆਂ ਬਾਹਰ ਦੀਆਂ ਗੱਲਾਂ। ਜਿਹੜੇ ਰਾਜਸਥਾਨ ਗਏ ਪੰਜਾਬ ਦੇ ਵਿੱਚੋਂ, ਰਾਜਸਥਾਨ 'ਚ ਗਏ, ਉਹ ਆਪਣੀ ਅਗਲੀ ਪੀੜ੍ਹੀ ਨੂੰ ਦੱਸ ਕੇ ਗਏ ਵੀ ਕਿਵੇਂ ਆਉਂਦੇ ਸੀ ਗੱਡਿਆਂ 'ਚ, ਇੱਥੇ ਛਿੱਟਾ ਦੇ ਕੇ ਕਣਕ ਦਾ ਮੁੜ ਜਾਂਦੇ, ਮੀਂਹ ਪੈ ਜਾਂਦਾ, ਹੋ ਜਾਂਦਾ, ਨਹੀਂ ਤਾਂ ਨਹੀਂ, ਰੇਤੇ ਦੇ ਟਿੱਬੇ ਪੱਟ ਕੇ ਉਹਦੇ ਵਿੱਚ ਸੌਂਦੇ ਰਹੇ ਅਸੀਂ ਬਜ਼ੁਰਗ। ਇਸ ਤਰ੍ਹਾਂ ਪਹਿਲਾਂ ਗੱਡਿਆਂ 'ਚ ਪੰਜਾਬ ਦੇ ਵਿੱਚੋਂ ਜਾਣਾ, ਫਿਰ ਉੱਥੇ ਜ਼ਮੀਨ ਸਸਤੀ ਭੋਅ ਦੇ ਭਾਅ ਮਿਲੀ, ਪਰ ਹੁੰਦਾ ਕੁਛ ਨਹੀਂ ਸੀ। ਅੱਜ ਲਹਿਰਾਂ ਪਹਿਰਾਂ ਨੇ, ਪਰ ਉਹਨਾਂ ਦੀ ਗੱਲ ਉਹ ਦੱਸਦੇ ਨੇ ਅੱਗੇ, ਇਸ ਤਰ੍ਹਾਂ ਹੀ ਇਹ ਦੱਸਦੇ ਨੇ, ਇਹ ਆਪਣੇ ਅੱਗੇ ਜਿਹੜੀ ਗੱਲ ਦੱਸ ਕੇ ਜਾਂਦੇ ਨੇ, ਹਿਸਟਰੀ ਜਿਹੜੀ ਬਰਬਲ ਦੱਸ ਕੇ ਜਾਂਦੇ ਨੇ, ਆਹ ਹੋਇਆ, ਆਹ ਹੋਇਆ, ਆਹ ਹੋਇਆ। ਬਹੁਤ ਰਿਚ ਜਿਹੜਾ ਇਹਨਾਂ ਦਾ ਬਹੁਤ ਵੱਡਾ ਇਤਿਹਾਸ ਆ, ਬਹੁਤ ਵੱਡੀ ਹਿਸਟਰੀ ਆ। ਤੇ ਇਹ ਲੋਕ ਏਸ਼ੀਆ ਦੇ ਵਿੱਚੋਂ ਤੁਰ ਕੇ ਆਏ, ਜਿਵੇਂ ਪਿਛਲੀ ਵਾਰ ਮੈਂ ਦੱਸਿਆ। ਇਹਨਾਂ ਦੇ ਵੱਡੇ ਜਿਹੜੇ ਗਰੁੱਪ ਨੇ ਉਹ ਅਲੱਗ-ਅਲੱਗ ਹਿੱਸੇ 'ਚ ਨੇ। ਵੱਡਾ ਜਿਹੜਾ ਗਰੁੱਪ ਆ ਨਾਰਥ ਵੈਸਟ ਕੋਸਟਲ ਪੀਪਲ ਨੇ, ਜਿਨ੍ਹਾਂ ਨੂੰ ਆਪਣਾ ਜਿਹੜਾ ਏਰੀਆ BC ਦਾ। ਉਦੋਂ ਅਗਲਾ ਪਲੇਟੂ ਪੀਪਲ ਕਹਿੰਦੇ ਨੇ, ਜਿਹੜੇ ਨਿਕੋਲਾ ਓਕਨਾਗਨ ਦੇ ਵਿੱਚ ਤੇ ਉਸ ਏਰੀਏ ਦੇ ਵਿੱਚ ਨੇ। ਤੇ ਉਸ ਤੋਂ ਅੱਗੇ ਜਿਹੜੇ ਨੇ ਉਹਨਾਂ ਨੂੰ ਪਲੇਨ ਪੀਪਲ ਕਹਿੰਦੇ। ਕੁਟਨੀ ਦਾ ਜਿਹੜਾ ਪਹਿਲਾ ਏਰੀਆ ਉਹ ਜਿਹੜਾ ਉਹ ਪਲਾਟੂ ਦਾ ਏਰੀਆ। ਸੋ ਅੱਗੇ ਪਲੇਨ ਦੇ ਵਿੱਚ ਜਿਹੜਾ ਇਹ 'ਚ ਕਰੀ ਜ਼ਿਆਦਾ ਲੋਕ ਨੇ, ਰੌਕੀ ਮਾਊਂਟੇਨ ਦਾ ਏਰੀਆ ਜਿਹੜਾ ਮੈਨੀਟੋਬਾ ਦਾ ਵਿੱਚ ਤੇ ਅਲਬਰਟਾ ਸਸਕੈਚੂਨ ਦਾ, ਇਹਦੇ ਵਿੱਚ ਦੇ ਅਗਲੇ ਜਿਹੜੇ ਨੇ ਈਸਟਰਨ ਵੁੱਡਲੈਂਡ ਹੰਟਰਸ ਕਹਿੰਦੇ ਨੇ ਇਹਨਾਂ ਨੂੰ, ਜਿਹੜੇ ਨੇ ਏਰੀਆ ਜਿਹੜਾ ਕੁਬੈਕ ਦਾ ਤੇ ਮੈਰੀਟਾਈਮ ਪ੍ਰੋਵਿੰਸਿਸ ਦਾ, ਨਿਊ ਬਰੰਸਵਿਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ, ਸਾਊਦਰਨ ਕੁਬੈਕ ਦਾ ਏਰੀਆ। ਤੇ ਉਸ ਤੋਂ ਬਾਅਦ ਈਸਟਰਨ ਵੁੱਡਲੈਂਡ ਹੈ। ਈਸਟਰਨ ਵੁੱਡਲੈਂਡ ਦੇ ਵਿੱਚ ਗ੍ਰੇਟ ਲੇਕਸ ਦਾ ਏਰੀਆ, ਸੇਂਟ ਲਾਰੈਂਸ ਰਿਵਰ ਦਾ, ਜਿੱਧਰੋਂ ਜਾਂ ਕਾਰਚੀਅਰ ਆਇਆ ਸੀ, ਜਿੱਥੋਂ ਵੜਿਆ ਸੀ ਫਰੈਂਚ ਆ ਕੇ, ਉਹੀ ਸੇਂਟ ਲਾਰੈਂਸ ਰਿਵਰ ਦੀ ਜਿਹੜੀ ਉਹ ਖਾੜੀ ਆ, ਉੱਥੋਂ ਹੀ ਸ਼ਿਪ ਜਿਹੜੇ ਮੌਂਟਰੀਅਲ ਦੀ ਪੋਰਟ 'ਤੇ ਉੱਧਰੋਂ ਹੀ ਆਉਂਦੇ ਨੇ। ਸੋ ਇਹ ਨਾਲ ਹੀ ਸਾਊਥ ਸੈਂਟਰਲ ਓਨਟਾਰੀਓ ਦਾ ਏਰੀਆ। ਤੇ ਉਹਦੇ ਬਾਅਦ ਸਬ ਆਰਟਿਕ ਦੇ ਲੋਕ ਨੇ, ਜਿਹੜੇ ਸਬ ਆਰਟਿਕ ਦਾ ਏਰੀਆ, ਜਿਹੜਾ ਆਰਟਿਕ ਸਰਕਲ ਦੇ ਆਲੇ ਦੁਆਲੇ ਜਿਹੜੇ ਇਹ ਲੋਕ ਨੇ। ਲੋਕੇਸ਼ਨ ਹੈ ਜਿਹੜੀ ਇਹ ਕੈਨੇਡਾ, ਯੂਕਨ, ਨਿਊਫਾਊਂਡਲੈਂਡ ਤੇ ਇਹਦਾ ਜਿਹੜਾ ਸਬ ਆਰਟਿਕ ਦੇ ਨੇ। ਅਗਲੇ ਜਿਹੜੇ ਨੇ ਇਨਿਊਟਸ ਨੇ। ਇਨਿਊਟਸ ਜਿਹੜੇ ਨੇ ਉਹ ਜ਼ਿਆਦਾ ਜਿਹੜੇ ਉਹ ਨੇ ਜਿਹੜੇ ਨਾਰਦਰਨ ਵਾਲੇ ਪਾਸਿਓਂ, ਨਾਰਦਰਨ ਕੈਨੇਡਾ, ਅਲਾਸਕਾ, ਗ੍ਰੀਨਲੈਂਡ ਤੇ ਸਾਈਬੇਰੀਆ ਦੇ ਲੋਕ ਨੇ ਜਿਹੜੇ ਇਨਿਊਟਸ ਨੇ। ਜਿਹੜੇ ਮੀਟਸ ਨੇ, ਮੀਟਸ ਉਹਨਾਂ ਨੂੰ ਕਿਹਾ ਜਾਂਦਾ, ਜਿਹੜੇ ਰਲ ਕੇ ਅਗਲੀ ਨਸਲ ਹੋਈ ਯੂਰਪੀਅਨ ਲੋਕਾਂ ਤੇ ਇਹਨਾਂ ਦੀ, ਉਹਨਾਂ ਨੂੰ ਮੀਟਸ ਕਹਿੰਦੇ ਨੇ। ਉਹਨਾਂ ਦੀਆਂ ਇਹਨਾਂ ਨੂੰ ਰਿਚੁਅਲਸ ਅਲੱਗ ਨੇ, ਸੁਨੱਖੇ ਵੱਧ ਨੇ ਇਹਨਾਂ ਤੋਂ। ਦੋਨੇ ਬਲੱਡ ਲਾਈਨ ਇਕੱਠੀ ਹੋਈ ਹੈ ਯੂਰਪ ਦੀ ਤੇ ਇਹਨਾਂ ਲੋਕਾਂ ਦੀ। ਸੋ ਇਹ ਸੀ ਜੀ ਕਹਾਣੀ
ਜੀ ਤਾਂ ਕਰਦਾ ਹੈ ਇਹਨਾਂ ਦੀਆਂ ਕੋਈ ਨਾ, ਆਉਣ ਵਾਲੇ ਵੀਰਵਾਰ ਤੋਂ ਫਿਰ ਸ਼ੁਰੂ ਕਰਾਂਗੇ, ਸੁਣਾਵਾਂਗੇ ਥੋੜ੍ਹਾ ਸਮਾਂ ਉਹਨੂੰ ਲੈ ਕੇ, ਫਿਰ ਤੁਹਾਨੂੰ ਨਾਲ ਸ਼ਾਮਲ ਕਰਿਆ ਕਰਾਂਗਾ। ਹਿਸਟਰੀ ਇਹਨਾਂ ਦੀ ਬਹੁਤ ਲੰਮੀ ਹਿਸਟਰੀ ਆ, ਬਹੁਤ ਸਮਾਂ ਲੱਗ ਰਿਹਾ ਉਹਦੇ ਨੋਟਸ ਬਣਾਉਣੇ, ਪੜ੍ਹਨਾ, ਪਰ ਮੈਂ ਤੁਹਾਨੂੰ ਇਕੱਲੇ ਏਰੀਆ ਨੂੰ ਤੁਹਾਡੇ ਤੱਕ ਲਿਆਉਣਾ ਚਾਹੁੰਦਾ। ਇਹ ਗੱਲ ਵੱਡੀ ਹੋਣੀ ਆ ਹੁਣ ਰੈਜ਼ੀਡੈਂਸ਼ੀਅਲ ਸਕੂਲ ਦੀ, ਤੁਹਾਡੇ ਸਾਹਮਣੇ ਆ, ਦੇਖਿਓ। ਕੱਲ੍ਹ ਨੂੰ ਜੀ ਫੇਰ 9:15 ਵਜੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਦਾ। ਰੱਬ ਰਾਖਾ ਤੇ ਚੜ੍ਹਦੀ ਕਲਾ।